एक ओंकार सतनाम करता पुरख निरभਉ निर्वैर अकाल मूरत आजुनी सैभं गुर प्रसाद। एक ओंकार सतनाम करता पुरख निरभਉ निर्वैर अकाल मूरत आजुनी सैभं गुर प्रसाद। एक ओंकार सतनाम करता पुरख निरभਉ निर्वैर अकाल मूरत अजूनी सैभं गुर प्रसाद। सूही महला चौथा। गोविंद गुण गाइया जियो लाए सतगुर नाल ध्यान। गोविंद गुण गाइया जियो लाए सतगुरु नाल ध्यान। गोविंद गुण गाइया जियो लाए सतगुरु नाल ध्यान। रहाओ जिसनो हर सो प्रसन्न होए सो हर गुणा रवै। सो भगत सो परवान तिसकी महिमा क्या वर्णी है। जिसका हृदय वस्या हर पुरख भगवान। इसकी महिमा क्या वर्णी है। जिसका हृदय वस्या हर पुरख भगवान। गोविंद गुण गाया जियो गोविंद गुण गाया जियो लाए सतगुरु नाल ध्यान। गोविंद गुण गाया जियो लाए सतगुरु नाल ध्यान। सो सतगुरु सा सेवा सतगुर की सफल है। जिस ते पाइया परम निदान। जो दूजे पाए साकत कामना अर्थ दुर्गंध सुरेम दे। सोने फल सब अज्ञान। गोविंद गुण गाइए जियो लाए सतगुरु नाल ध्यान। गोविंद गुण गाइए जियो लाए सतगुरु नाल ध्यान। जिसनो प्रतीत होवै तिसका गाविया थाए पवै। सो पावै दरगह मान। जो बिन प्रतीति कपटी कूड़ी कूड़ी अखी मीट दे। उनका उतर जाएगा झूठ गुमान। गोविंद गुण गाइया जियो लाए सतगुरु नाल ध्यान। गोविंद गुण गाइया जियो लाए सतगुरु नाल ध्यान। जेता जियो पिंड सब तेरा तू अंतर जामी पुरख भगवान। दासन दास कहे जन नानक जेहा तू कराए तेहा हूँ करी वख्यान। गोविंद गुण गाइए जियो लाए सतगुरु नाल ध्यान। गोविंद गुण गाइए जियो
ਲਾਏ ਸਤਿਗੁਰ ਨਾਲ ਧਿਆਨ, ਗੋਬਿੰਦ ਗੁਣ ਗਾਈਏ ਜੀਓ, ਲਾਏ ਸਤਿਗੁਰੂ ਨਾਲ ਧਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ, ਹਾਂਜੀ, ਉਨਕਾ ਉੱਤਰ ਜਾਏਗਾ ਝੂਠ ਗੁਮਾਨ। ਬੱਲੇ ਬੱਲੇ। ਇਹਦੇ ਚ ਇੱਕ ਹੋਰ ਵੀ ਆਸਪੈਕਟ ਆਉਂਦਾ ਹੈ। ਪ੍ਰਤੀਤ ਦੀ ਜਦੋਂ ਗੱਲ ਕੀਤੀ ਸੀ ਨਾ ਅਸੀਂ, ਤੇ ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਂ ਪਵੈ। ਸੋ ਹਾਲੇ ਪ੍ਰਤੀਤ ਦੀ ਗੱਲ ਅਸੀਂ ਕੀਤੀ ਨਹੀਂ, ਮੇਬੀ ਔਨ ਅ ਥਰਸਡੇ ਅਸੀਂ ਕਰਾਂਗੇ, ਕਿਉਂਕਿ ਪ੍ਰਤੀਤ ਨਹੀਂ ਹੈ ਨਾ ਜਦੋਂ, ਤੇ ਉਦੋਂ ਤੱਕ ਫਿਰ ਸਾਡਾ ਸਾਰਾ ਕੁਝ ਜਿਹੜਾ ਸੁਣਿਆ, ਗਾਵਿਆ, ਮੰਨਿਆ, ਅਸੀਂ ਇਹ ਵੀ ਫਿਰ ਕਹਿੰਦੇ ਹਾਂ ਕਿ ਅਸੀਂ ਆਪਣੇ ਜੀਵਨ ਚ ਢਾਲ ਰਹੇ ਹਾਂ, ਤੇ ਸਾਨੂੰ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਪ੍ਰਤੀਤ ਦੀ ਕੀ ਇੰਗਲਿਸ਼ ਕਰਾਂਗੇ ਅਸੀਂ ਭਲਾ? ਟਰਸਟ। ਹਾਂਜੀ, ਟਰਸਟ ਕਰਨਾ, ਟਰਸਟ ਨਹੀਂ ਹੋਣਾ ਚਾਹੀਦਾ, ਕੁਛ ਹੋਰ, ਪ੍ਰਤੀਤ ਵਿਸ਼ਵਾਸ ਹੁੰਦਾ, ਭਰੋਸਾ। ਹਾਂਜੀ, ਯਾਰ ਨਿਸ਼ਚੈ ਯਕੀਨ ਕਹਿ ਰਹੇ ਨੇ, ਸ਼ਰਧਾ। ਦੇਖੋ ਨਾ, ਸ਼ਰਧਾ ਵੀ ਹੈ, ਭਰੋਸਾ ਵੀ ਹੈ। ਤੇ ਅੱਛਾ, ਇੱਕ ਹੋਰ ਗੱਲ ਇਹਦੇ ਚ, ਇੱਕ ਹੋਰ ਆਸਪੈਕਟ, ਗੋਬਿੰਦ ਗੁਣ ਗਾਏ ਜਾਂ ਗੋਬਿੰਦ ਗੁਣ ਗਾਈਐ, ਜੇ ਮੈਂ ਇੱਥੇ ਕੌਮਾ ਲਾਵਾਂ, ਗੋਬਿੰਦ ਗੁਣ ਗਾਈਐ, ਜੀਓ ਲਾਏ, ਤੇ ਲਾਏ ਜਿਹੜਾ ਲਫ਼ਜ਼ ਹੈ ਨਾ, ਇਹ ਦੇਲੀ ਦੀਵਾ ਹੈ, ਤੇ ਜੇ ਜੀਓ ਲਾਏ ਸਤਿਗੁਰ ਨਾਲ ਧਿਆਨ। ਸਿਮਰਤ ਜੀ, ਏਦਾਂ ਹੋ ਸਕਦਾ? ਅੱਜ ਬੈਠੇ ਹੋ ਤੇ ਚਲੋ ਦੱਸੋ। ਜਾਂ ਗੋਬਿੰਦ ਗੁਣ ਗਾਈਐ ਜੀਓ ਤੇ ਲਾਏ ਸਤਿਗੁਰ ਨਾਲ ਧਿਆਨ। ਕਿਉਂਕਿ ਜੀਓ ਲਾਏ ਜਿਹੜਾ ਹੈ, ਉਹ ਚਿੱਤ ਜੋੜ ਕੇ ਵਾਲੀ ਗੱਲ ਜਿਹੜੀ ਹੈ, ਉਹ ਚੰਗੀ ਲੱਗਦੀ ਹੈ। ਹਰਕੇਵਲ ਜੀ। ਜੀ, ਪਰਮਜੀਤ ਜੀ, ਹਰਕੇਵਲ ਜੀ, ਕਾਰਜ ਸਿੰਘ ਜੀ, ਦੱਸੋ ਭਾਈ। ਫਿਰ ਡਬਲ ਹੋ ਜਾਏਗਾ, ਜੀਓ ਲਾਏ ਤੇ ਹਾਂਜੀ, ਲਾਏ ਜਿਹੜਾ ਦਿੱਲੀ ਦੀਵਾ ਅਸੀਂ ਲਾਵਾਂਗੇ ਨਾ, ਲਾਏ ਦੋਵੇਂ ਪਾਸੇ ਲੱਗੂਗਾ। ਨਹੀਂ, ਉਹ ਅੱਗੇ ਔਰੀ ਹੈਗਾ ਵਾ, ਸਤਿਗੁਰੂ ਨਾਲ ਧਿਆਨ। ਉਹ ਕਿਆ ਹੋਇਆ ਗੁਰੂ ਸਾਹਿਬ ਨੇ, ਜੀਓ ਲਾਏ ਤੇ ਸਤਿਗੁਰੂ ਨਾਲ ਧਿਆਨ, ਇੱਕ ਹੀ ਚੀਜ਼ ਦੇ ਦੋ ਵੱਖਰੇ ਵੱਖਰੇ ਲਿਖਾਏ। ਹਾਂ, ਤੇ ਫਿਰ ਜੀਓ ਲਾਏ ਤੇ ਅਸੀਂ ਕੌਮਾ ਸਿੱਧਾ ਲਾ ਦਿੰਦੇ ਹਾਂ, ਫਿਰ ਕੀ ਹੈ? ਲਾਏ ਸਤਿਗੁਰ ਨਾਲ ਧਿਆਨ, ਲਾਏ ਸਤਿਗੁਰੂ ਨਾਲ ਧਿਆਨ। ਹਾਂਜੀ, ਲਾਏ ਤੋਂ ਸ਼ੁਰੂ ਕਰਨਾ, ਜੀਓ ਤੇ ਰੁਕਣਾ ਪਏਗਾ। ਲਾਏ ਸਤਿਗੁਰੂ ਨਾਲ ਧਿਆਨ, ਜੇ ਜੀਓ ਲਾਏ ਤੇ ਸਤਿਗੁਰੂ ਨਾਲ ਧਿਆਨ ਲਾਏ, ਇਹ ਡਬਲ ਹੋ ਜਾਏ। ਨਹੀਂ, ਉਹ ਤੇ ਇੱਕੋ ਹੀ ਗੱਲ ਹੈ ਨਾ। ਜੀਓ ਤੇ ਹੋ ਗਿਆ ਨਾ ਕਿ ਬਈ ਚਿੱਤ ਨਾਲ, ਪ੍ਰੇਮ ਨਾਲ ਵੀ ਜੋੜ ਕੇ ਤੇ ਧਿਆਨ ਨਾਲ ਵੀ ਜੋੜ ਕੇ, ਹਾਂ, ਜਿਉਂ ਕਰਨਾ, ਜਿਵੇਂ ਕਹਿੰਦਾ ਕਿ ਜਿਉਂ ਹਾਂਜੀ, ਜਿਹੜੀ ਜਿਉਂ ਜਾਣੇ, ਜਿਵੇਂ ਗੱਲ। ਹਾਂਜੀ। ਨਹੀਂ, ਜਿਹੜਾ ਜੀਓ ਸ਼ਬਦ ਹੈ ਇੱਥੇ, ਉਹ ਬਹੁਵਚਨ ਆ, ਉਹ ਸੰਗਤ ਦੀ ਪ੍ਰਥਾ ਹੈ। ਪੂਰੀ ਸੰਬੋਧਨ ਕਰ ਰਹੇ ਨੇ ਕਿ ਜੀਓ। ਨਹੀਂ, ਜੀਓ ਲਾਏ ਵੀ ਤੇ ਹੋ ਸਕਦਾ ਨਾ ਵੀਰ ਜੀਓ। ਹਾਂਜੀ, ਜੀ ਲਾ ਕੇ। ਜੀ ਲਾ ਕੇ। ਮਨਜੀਤ ਜੀ ਕੁਝ ਕਹਿਣਾ ਚਾਹ ਰਹੇ ਸੀ, ਸੌਰੀ। ਹਾਂਜੀ, ਮੈਂ ਕਹਿਣਾ ਚਾਹੁੰਦਾ ਸੀ, ਸਾਨੂੰ ਸੰਗਤੀ ਰੂਪ ਵਿੱਚ ਵੀ ਗੁਰੂ ਸਾਹਿਬ ਸਮਝਾਉਣਾ ਕਰ ਸਕਦੇ, ਜਿੱਦਾਂ ਜੀਓ, ਜਿਹੜੇ ਜੀਵ ਆ ਸੀ, ਸਾਨੂੰ ਸਤਿਗੁਰੂ ਜੇ ਲਾ ਲਵੇ ਆਪਣੇ ਨਾਲ। ਜੇਕਰ ਸਤਿਗੁਰੂ ਸਾਨੂੰ ਸਾਰਿਆਂ ਨੂੰ ਕਹਿ ਰਹੇ ਹੋਣ ਵੀ ਜੀਓ ਲਾਏ, ਇਹ ਜੀਵਾਂ ਨੂੰ ਪ੍ਰਮਾਤਮਾ ਆਪ ਹੀ ਲਾ ਲਵੇ ਆਪਣੇ ਨਾਮ ਦੇ ਨਾਲ, ਤੇ ਧਿਆਨ ਜੋੜ ਲਵੇ ਸਾਡਾ ਸਾਰਿਆਂ ਦਾ ਆਪਣੇ ਨਾਲ। ਚਲੋ ਨਵੇਂ ਗ੍ਰੈਜੂਏਟ ਨੂੰ ਪੁੱਛਦੇ ਹਾਂ। ਹਾਂਜੀ, ਹਰਕੇਵਲ ਸਿੰਘ। ਹਾਂਜੀ, ਮੈਂ ਤਾਂ ਦੇਖ ਰਿਹਾ ਜੀ, ਤੁਹਾਡੀ ਗੱਲ ਸੁਣ ਰਿਹਾ। ਇਹਨਾਂ ਦੀ ਮਨਜੀਤ ਦੀ ਗੱਲ ਦੀ ਥੋੜੀ ਸੈਂਸ ਬਣਦੀ ਹੈ, ਦੇਖਿਆ ਜਾਵੇ ਤਾਂ। ਹਾਂਜੀ, ਸਾਰੇ ਪਾਸੇ ਦੀ। ਹਾਂ, ਲਾਏ ਸਤਿਗੁਰ ਲਾਉਂਦੇ ਨਾਲ ਧਿਆਨ, ਮਤਲਬ ਹਨਾ,
ਇਹ ਵੀ ਹੋ ਸਕਦਾ, ਜਿਵੇਂ ਕਾਲ ਸਿੰਘ ਕਹਿੰਦੇ ਉਦਾਂ ਵੀ ਹੋ ਸਕਦਾ, ਗੁਣ ਗੋਬਿੰਦ ਗੁਣ ਗਾਈਏ ਉਹ ਜੀਓ। ਦੇਵਲੀ ਦੀਪਕ ਵੀ ਹੋ ਸਕਦਾ ਹੈ ਨਾ। ਲਾਏ ਜਿਹੜਾ ਦਿੱਲੀ ਦੀਪਕ ਵੀ ਹੋ ਸਕਦਾ। ਮੈਂ ਤਾਂ ਉੱਥੋਂ ਮੈਨੂੰ ਆਇਆ ਸੀ ਕੁਛ। ਅੱਜ ਕੱਲ ਮੈਨੂੰ ਦਿੱਲੀ ਦੀਪਕ ਆ ਬੜੇ ਰਹੇ ਸੀਗੇ। ਮੈਂ ਜਿੱਥੇ ਜਾਵਾਂ ਮੈਂ ਕਹਾਂ ਇਹ ਫਿਰ ਵੀ ਇੱਥੇ ਵੀ ਆ ਗਏ, ਇੱਥੇ ਵੀ ਆ ਗਏ। ਮੈਂ ਕਿਹਾ ਮੈਨੂੰ ਐਵੇਂ ਫੋਬੀਆ ਹੀ ਹੋ ਗਿਆ। ਸੋ ਮੈਂ ਤਾਂ ਚੁੱਪ ਕਰ ਗਿਆ, ਮੈਂ ਫਲੋਟ ਕਰ ਗਿਆ। ਮੈਂ ਕਿਹਾ ਸਿਆਣੇ ਬੈਠੇ, ਸਾਰਿਆਂ ਕੋਲ ਪਤਾ ਲੱਗ ਜੂਗਾ ਫਾਈਨਲ ਕੀ। ਚਲੋ ਹਾਂਜੀ, ਅੱਜ ਦਾ ਚਲੋ ਜੀ, ਜਿਹੜਾ ਨਹੀਂ ਆਂਦਾ ਫਿਰ ਉਹਨੂੰ ਲੱਦੀ ਦਾ। ਉਹ ਕਹਿੰਦਾ ਊਂਠ ਅੜਾਈ ਨਹੀਂ ਲੱਦੀ ਦੇ ਨੇ। ਸਿਮਰਤ ਜੀ ਕਰੋ ਪਾਠ। ਅੱਜ ਹੈਗਾ ਮੰਗਰ, ਫੱਗਣ, ਸੌਰੀ। ਫਲਗੁਨ 12 ਮਹਾ 1109 ਅੰਕ। ਹਾਂਜੀ। ਫਲਗੁਨ ਮਨ ਰਹਸੀ ਪ੍ਰੇਮ ਸੁਭਾਖਿਆ, ਅਨ ਦਿਨ रहस पया आप गवाया। नहीं, गलत पढ़ देता। हाँ जी, रहसी नहीं होएगा, रहसी। फलगुन मन रहसी हाँ, प्रेम भाया। रहसी प्रेम, हाँ रहसी, रहसी नहीं, ठीक है। प्रेम सुभाया, अन दिन रहस पया आप गवाया। मन मोह चुकाया जां तिस पाया, कर कृपा कर आओ बहुते वेस करी फिर बाजो। महली लहा ना थाओ हार डोर रसपाट पटंबर, फिर लोड़ी शिंगारी नानक मेल लई गुर अपना घर वर पाया नारी। वेरी गुड, थैंक यू जी। यूजुअली ते ਜਿਹੜਾ ਪੜਦਾ ਹੈ ਉਹ ਜਿਹੜਾ ਬੋਲੇ ਹੋਈ ਕੁੰਡਾ ਖੋਲੇ ਹੁੰਦਾ ਹੈ, ਪਰ ਜੇ ਤੁਹਾਡੇ ਕੋਲੋਂ ਅਸੀਂ ਇਹ ਸੇਵਾ ਲੈ ਲਈ ਹੁਣੇ ਤੇ ਫਿਰ ਬਾਕੀ ਮੇਰੇ ਵਰਗੇ ਜਿਹੜੇ ਆ ਉਹ ਕਈ ਰਹਿ ਜਾਣਗੇ। ਉਹ ਕਹਿਣਗੇ ਨਹੀਂ ਇਹ ਤੇ ਹੁਣ ਸਾਰਾ ਹੀ ਬੋਲ ਗਏ ਠੀਕ ਠਾਕ, ਮੈਂ ਮਾੜਾ ਮੋਟਾ ਕਿਵੇਂ ਠੀਕ ਬੋਲਾਂ। ਸੋ ਹਾਂਜੀ, ਇਹਦੀ ਵਿਚਾਰ। So we'll get back to you, Simrat ji, for the vichar. Anyone? No one? Strike ਤੇ ਸਾਰੇ? Okay, ਰਵਦੀਪ ਜੀ। ਹਾਂਜੀ, ਦੇਖੋ ਹੁਣ ਬਾਅਦ ਚ ਨਾ ਕਹਿਣਾ ਜਦੋਂ ਟਾਈਮ ਖਤਮ ਹੋ ਜਾਊਗਾ ਤੇ ਫਿਰ ਕਹਾਂਗੇ ਸਾਰੇ ਹੱਥ ਖੜਾ ਕਰ ਦਿੰਦੇ। No. On the first call, we should have a hand raised so that we can channelize it, please. Next call ਤੇ ਖਿਆਲ ਰੱਖਿਓ। ਹਾਂਜੀ ਰਵਦੀਪ ਜੀ। ਸੋ ਇੱਥੇ ਉਸ ਜੀਵ ਇਸਤਰੀ ਦੀ ਅਵਸਥਾ ਦੀ ਗੱਲ ਹੋ ਰਹੀ ਹੈ ਜਿਸ ਨੇ ਪਰਮਾਤਮਾ ਦੇ ਪਿਆਰ ਨੂੰ ਆਪਣੇ ਮਨ ਵਿੱਚ ਵਸਾ ਲਿਆ। ਤੇ ਜਿਸ ਤਰ੍ਹਾਂ ਕਿ ਜਿਹੜਾ ਫੱਗਣ ਦਾ ਮਹੀਨਾ ਹੈ ਇਹ ਵਿੰਟਰ ਦੇ ਬਾਅਦ ਆਉਂਦਾ ਹੈ, ਜਿਸਲੇ ਬਹਾਰ ਸਟਾਰਟ ਹੋ ਜਾਂਦੀ ਹੈ, ਸਭ ਕੁਛ ਸਾਰੇ ਫੁੱਲ ਪੇੜ ਪੌਦੇ ਖਿਲ ਜਾਂਦੇ ਨੇ। ਉਸ ਤਰ੍ਹਾਂ ਹੀ ਜਿਲੇ ਮੈਂ ਆਪਣੇ ਮਨ ਵਿੱਚ ਪਰਮਾਤਮਾ ਦਾ ਪਿਆਰ ਵਸਾ ਲੈਂਦਾ, ਮੇਰਾ ਮਨ ਵੀ ਆਨੰਦਿਤ ਹੋ ਜਾਂਦਾ, ਮੇਰਾ ਮਨ ਵੀ ਖਿੜ ਜਾਂਦਾ ਹੈ। ਫਲਗੁਨ ਮਨ ਰਹਸੀ ਪ੍ਰੇਮ ਸੁਪਾਇਆ। ਤੇ ਜਿਲੇ ਮੇਰੇ ਮਨ ਵਿੱਚ ਉਸ ਪਰਮਾਤਮਾ ਦਾ, ਮੇਰੇ ਪ੍ਰਭੂ ਦਾ ਪਿਆਰ ਆ ਗਿਆ ਤੇ ਮੇਰਾ ਮਨ ਜਿਹੜਾ ਖੁਸ਼ ਹੋ ਜਾਂਦਾ ਹੈ, ਮੇਰਾ ਮਨ ਆਨੰਦਿਤ ਹੋ ਜਾਂਦਾ ਹੈ। ਅਨ ਦਿਨ ਰਹਸ ਭਇਆ ਆਪ ਗਵਾਇਆ। ਤੇ ਫਿਰ ਜਿਹੜਾ ਉਸ ਟਾਈਮ ਮੇਰੇ ਮਨ ਵਿੱਚ ਮੇਰਾ ਆਪ ਮੇਰਾ ਜਿਹੜਾ ਮੇਰਾ ਮੈਂ ਹੈ ਉਹ ਮੈਂ ਗਵਾ ਲੈਂਦਾ, ਸਿਰਫ ਪਰਮਾਤਮਾ ਹੀ ਰਹਿੰਦਾ ਹੈ। ਤੇ ਦਿਨ ਰਾਤ ਮੈਂ ਉਸੇ ਆਨੰਦ ਵਿੱਚ ਹੀ ਰਹਿੰਦਾ ਹਾਂ। ਜਿਸ ਤਰ੍ਹਾਂ ਅਸੀਂ ਆਨੰਦ ਸਾਹਿਬ ਵਿੱਚ ਵੀ ਪੜ੍ਹਦੇ ਹਾਂ ਕਿ ਆਨੰਦ ਪਿਆ ਮੇਰੀ ਮਾਏ, ਹਰ ਵੇਲੇ ਮੇਰੇ ਮਨ ਵਿੱਚ ਆਨੰਦ ਹੀ ਰਹਿੰਦਾ ਹੈ ਤੇ ਮੇਰਾ ਆਪਾ ਮੇਰਾ ਪੂਰਾ ਮਿਟ ਜਾਂਦਾ ਹੈ। ਮਨ ਮੋਹ ਚੁਕਾਇਆ ਜਾਂ ਤਿਸ ਪਾਇਆ, ਕਰ ਕਿਰਪਾ ਕਰ ਆਓ। ਤੇ ਮੇਰੇ ਮਨ ਵਿੱਚ ਸਾਰਾ ਜਿਹੜੇ ਮੇਰੇ ਵਿਕਾਰ ਹਨ ਉਹ ਪੂਰੇ ਖਤਮ ਹੋ ਗਏ ਨੇ। ਲੇਕਿਨ ਇਹ ਅਵਸਥਾ ਤਾਂ ਹੀ ਆਏਗੀ ਜਿਲੇ ਉਸ ਪਰਮਾਤਮਾ ਨੂੰ ਮੇਰਾ ਪਿਆਰ ਅੱਛਾ ਲੱਗੇਗਾ, ਪਰਮਾਤਮਾ ਦੀ ਮਿਹਰ ਮੇਰੇ ਪਰ ਹੋਏਗੀ। ਤੇ ਫਿਰ ਮੇਰਾ ਮਨ ਜਿਹੜਾ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਮੇਰੇ ਘਰ ਆ ਜਾ,
जिले मैनू प्यार हो जाता ते उस परमात्मा मेरे घर आ जा, मेरे हृदय विच समा जा। बहुते वेश करी पीर बाजो, महली लहा ना थाऊं। ते मैं दूजे रस्ते विच काफी ज्यादा एफर्ट्स कर कीतियां हन। बहुत सारे डिफरेंट कर्म कांड, बहुत सारे डिफरेंट चीज़ां कीतियां हन जेड़े उस नाल अलाइन नहीं सन। ते उसदे नाल मेरे उस परमात्मा दे घर विच मेरी कोई जगह नहीं होएगी अगर मैं दूसरे सारे कर्म कांड दूसरे काम करा। हार डोर रसपाट पटंबर फिर लोड़ी शिंगारी। लेकिन जिले इत्थे पीर दे नूं सियारी लगी है कि परमात्मा ने प्यार नाल मैनू शिंगारिया है। जिले मैनू परमात्मा दा मन जिले मेरा मन परमात्मा दे प्यार विच जुड़ गया, जे परमात्मा ने मैनू पसंद कर लिया, उस टाइम जो जेड़ा मेरा शिंगार है वो परमात्मा दे प्यार वाला ही होएगा। नानक मेल लई गुर अपना कर वर पाया नारी। ते फिर जिले गुरु दे उपदेश दे द्वारा मैनू जिले परमात्मा नाल मिलाप हो गया मेरा, उसले मेरे घर, मेरे हृदय विच, मेरे निज घर विच परमात्मा आ बसिया। ते इत्थे गुरु जी बोलते हैं कि जिसले मेरा मन परमात्मा दे प्यार विच पूरा मर्ज हो गया है, उस टाइम मेरा मन आनंदित ही रहेगा। मैनू कोई अपना भाव नहीं होएगा और मैनू कोई वेश करने की जरूरत नहीं पेगी। मैनू सिर्फ परमात्मा दे प्यार विच ही मैं लीन रहांगा। ते ए मेरी अवस्था उस टाइम ही हो सकती है जिस टाइम मैनू प्रभु अपनी मेहर करे मेरे ते। मैं उद्यम करा ते वो मैनू मेहर करे, उसदे बिना मैं ये अवस्था विच नहीं जा सकता। वेरी गुड, शाबाश। हाँ जी, एनीवन एल्स? नो वन? मनजीत जी, बिसाइड्स मनजीत अमरतेज जी, तुहाडा हथ खड़ा सी कि मैनू गलती लगी? नहीं। हाँ जी मनजीत जी। इस तरह लास्ट दियां दो पंक्तियां, हार डोर रस पाट पटंबर फिर लोड़ी सिंगारी। ये मैं जिस तरह पत्नी अपने पति नूं खुश करने वास्ते हार श्रृंगार करदी है, जेकर मैं अपने पति प्रभु नूं प्यार करा तो मैनू अपने हार श्रृंगार जिहड़े आ उसनूं जो पाउंदे आ वो करने चाहिए। मैं उसदे हार श्रृंगार दे वास्ते अपने आप नूं ਉਹਦੇ ਨਾਲ ਜੋੜਾਂ, ਉਹਦੇ ਨਾਲ ਇਕਮਿਕ ਹੋਵਾਂ, ਤਾਂ ਹੀ ਮੇਰਾ ਪਤੀ ਜਿਹੜਾ ਪ੍ਰਭੂ ਪਤੀ ਆ ਉਹ ਮੇਰੇ ਹਾਰ ਸ਼ਿੰਗਾਰ ਨੂੰ ਪਸੰਦ ਕਰੇਗਾ ਤੇ ਮੈਂ ਉਸ ਨੂੰ ਭਾ ਜਾਵਾਂਗੀ। ਨਾਨਕ ਮੇਲ ਲਈ ਗੁਰ ਆਪਣੇ ਘਰ ਵਰ ਪਾਇਆ ਨਾਰੀ। ਨਾਨਕ ਜੀ ਕਹਿੰਦੇ ਆ ਜੇ ਮੈਂ ਇਸ ਤਰ੍ਹਾਂ ਕਰਾਂ ਤੇ ਤਾਂ ਕਰਕੇ ਮੈਂ ਆਪਣੇ ਪਤੀ ਨੂੰ ਆਪਣੇ ਹਿਰਦੇ ਘਰ ਦੇ ਵਿੱਚ ਪਾ ਲਵਾਂਗੀ ਤੇ ਆਪਣੇ ਪਤੀ ਦੇ ਨਾਲ ਇਕਮਿਕ ਹੋਵਾਂਗੀ। ਫਿਰ ਉੱਪਰ ਕਹਿੰਦੇ ਆ ਫਲਗੁਣ ਮਨ ਰਹਸੀ ਪ੍ਰੇਮ ਸੁਭਾਇਆ। रहसी नहीं है वीर जी, प्लीज ठीक करो। रहस्य लफ्ज है, रहस्य रहस्य। फलगुण मन रहस्य प्रेम सुभाया। जिस तरह के ਸਰਦੀਆਂ ਦੇ ਵਿੱਚ ਮੌਸਮ ਦੇ ਸਰਦ ਹੋਣ ਕਾਰਨ ਜੋ ਫੁੱਲ ਵਗੈਰਾ ਆ, ਬਨਸਪਤੀ ਆ, ਸਾਰੀ ਨੂੰ ਖੜੋਤ ਆ ਜਾਂਦੀ ਉਹਦੇ ਜੀਵਨ ਦੇ ਵਿੱਚ। ਮੌਸਮ ਬਦਲੇ ਹੁੰਦਿਆਂ ਸਾਰ ਹੀ ਮੌਸਮ ਥੋੜਾ ਜਿਹਾ ਗਰਮ ਹੁੰਦਾ ਆ, ਹੋਣ ਲੱਗਦਾ ਆ, ਤਾਂ ਉਹ ਜਿਹੜੀ ਬਨਸਪਤੀ ਦੇ ਜੀਵਨ ਵਿੱਚ ਖੜੋਤ ਆਈ ਹੋਈ ਆ ਉਹ ਫਿਰ ਦੁਬਾਰੇ ਉਹਦੇ ਵਿੱਚੋਂ ਕਰੁੰਬਲਾ ਫੁੱਲ ਆਦਿ
ਪੱਤੇ ਨਿਕਲਣੇ ਸ਼ੁਰੂ ਹੋ ਜਾਂਦੇ। ਤੇ ਜੇਕਰ ਮੈਂ ਆਪਣੇ ਪ੍ਰੇਮ ਦੇ ਵਿੱਚ ਪ੍ਰੇਮ ਆਪਣੇ ਮਨ ਦੇ ਵਿੱਚ ਲਾਵਾਂ, ਪ੍ਰਭੂ ਪਤੀ ਦੇ ਨਾਲ ਆਪਣੇ ਆਪ ਨੂੰ ਜੋੜਾਂ, ਤੇ ਮੇਰੇ ਵੀ ਬੇਕਾਰ ਰੂਪੀ ਜਿਹੜੀ ਆ ਸਰੀਰ ਦੇ ਵਿੱਚ ਵਿਕਾਰਾਂ ਨੇ ਖੜੋਤ ਵਗੈਰਾ ਲਿਆਂਦੀ ਹੋਈ ਆ, ਉਹ ਹਟ ਜਾਏਗੀ ਅਤੇ ਮੈਂ ਪ੍ਰਭੂ ਪਤੀ ਦੇ ਰੰਗ ਦੇ ਵਿੱਚ ਆਪਣੇ ਆਪ ਨੂੰ ਰੰਗੀ ਹੋਈ ਮਹਿਸੂਸ ਕਰਨ ਲੱਗ ਪਵਾਂਗੀ। ਅਨ ਦਿਨ ਰਹੱਸ ਪਿਆ ਆਪ ਗਵਾਇਆ। ਜੇਕਰ ਮੈਂ ਆਪਣਾ ਆਪ ਗਵਾ ਲਵਾਂ ਤਾਂ ਹੀ ਮੇਰਾ ਜਿਹੜਾ ਜੀਵਨ ਆ ਰਹੱਸ ਭਰਿਆ ਹੋ ਸਕਦਾ, ਹੋ ਜਾਵੇਗਾ। ਮਨ ਮੋਹ ਚੁਕਾਇਆ ਤਾਂ ਤਿਸ ਪਾਇਆ, ਕਰ ਕਿਰਪਾ ਘਰ ਆਓ। ਜੇਕਰ ਮੇਰੇ ਮਨ ਦੇ ਵਿੱਚੋਂ ਦੁਨਿਆਵੀ ਮੋਹ ਜਿਹੜਾ ਹਟ ਜਾਵੇ, ਖਤਮ ਹੋ ਜਾਵੇ, ਇਸ ਸਿਰਫ ਤੇ ਸਿਰਫ ਪ੍ਰਭੂ ਪਿਤਾ ਦਾ, ਪ੍ਰਭੂ ਪਤੀ ਦਾ ਪਿਆਰ ਮੇਰੇ ਮਨ ਦੇ ਵਿੱਚ ਸ਼ੁਰੂ ਹੋ ਜਾਵੇ, ਤਾਂ ਮੈਂ ਉਸ ਨੂੰ ਆਪਣੇ ਕਿਰਪਾ ਦੇ, ਉਹਦੀ ਕਿਰਪਾ ਦਾ ਪਾਤਰ ਬਣ ਸਕਦਾ। ਬਹੁਤੇ ਬੇਸ ਕਰੀ ਪਿਰ ਵਾਜੋਂ, ਮਹਿਲੀ ਲਹਾ ਨਾ ਥਾਉ। ਜੇਕਰ ਮੈਂ ਲੋਕ ਵਿਖਾਵਾ ਹੀ ਕਰੀ ਜਾਵਾਂ ਤੇ ਫਿਰ ਮੈਨੂੰ ਉਹਦੇ ਮਹਿਲਾਂ ਦੇ ਵਿੱਚ, ਉਹਦੇ ਦਿਲ ਦੇ ਵਿੱਚ ਮੈਨੂੰ ਥਾਂ ਨਹੀਂ ਮਿਲਣੀ। ਹਾਰ ਡੋਰ ਰਾਸਪਾਟ ਪਟੰਬਰ, ਪਿਰ ਲੋੜੀ ਸਿੰਗਾਰੀ। ਨਾਨਕ ਮੇਲ ਲਈ ਗੁਰ ਆਪਣੇ, ਘਰ ਵਰ ਪਾਇਆ ਨਾਰੀ। ਵਾਹਿਗੁਰੂ ਜੀ। Nicely said. Hanji. If I could try and interpret what I have understood, the second last line when they talk about adorning myself with this material things, is the Shabad not talking about metaphorically virtues versus the garlands and the scented oils? Because the line before that, it talks about dressing up in religious garbs to impress others, but this won't impress the divine. You got it. Am I? Okay, good. Thank you. Nailed it. Yes. Okay, good. See, if I clad nicely or I clad poorly, what difference does it make to my husband, wife? Gobind pao bhagat ka pukhai. He doesn't go after the way I clad. He has a kind of a microscope that sees through me, into me. What do I have there? So clad means what kinds of thoughts I have. Okay. ਹਾਰ ਸ਼ਿੰਗਾਰ ਪਾਤਸ਼ਾਹ ਇੱਕ ਥਾਂ ਤੇ ਕਹਿੰਦੇ ਨੇ ਕਾਮਨ ਤਾਉ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ। ਜਿਹੜਾ ਹਾਰ ਸ਼ਿੰਗਾਰ ਹੈ, ਇਟਸ ਆਫਟਰ, ਪਹਿਲੇ ਗੁਰੂ ਨੂੰ ਰਾਜੀ ਕਰਦਾ ਹੈ। ਜਦੋਂ ਗੁਰੂ ਰਾਜੀ ਹੋ ਗਿਆ ਤੇ ਹਾਰ ਸ਼ਿੰਗਾਰ ਹੁੰਦਾ ਨਹੀਂ ਹੈ ਫਿਰ। ਹਾਂਜੀ। Anyone else? Thank you. No problem. ਹਾਂਜੀ, ਕੋਈ ਵੀ ਨਹੀਂ ਪੜ੍ਹ ਕੇ ਆਇਆ। ਅਗਲੀ ਵਾਰੀ ਫਿਰ ਰਿਪੀਟ ਕਰੀਏ ਇਹਨੂੰ। ਹਰਜੀਤ ਜੀ ਤੁਸੀਂ ਕਿੱਥੇ ਹੋ ਅੱਜ? ਹੱਥ ਨਹੀਂ ਖੜਾ ਹੋਇਆ। ਮੈਂ ਲਿਖ ਕੇ ਲਿਆਨੀ ਆ ਤੇ ਇਹ ਕਰਦੀ ਆ ਤੇ ਉਹ ਕਰਦੀ ਆ। No personal attention, please. ਨਹੀਂ, I can try. Okay. And then Paramjit ji. ਹਾਂਜੀ। ਫਲਗੁਨ ਮਨ ਰਹਸੀ ਪ੍ਰੇਮ ਸੁਭਾਇਆ। ਇਸ ਵਿੱਚ ਦੱਸਿਆ ਕਿ ਸਰਦੀਆਂ ਦੇ ਬਾਅਦ ਜਿਸ ਵੇਲੇ ਫਗਨ ਦਾ ਮਹੀਨਾ ਆਉਂਦਾ ਹੈ ਤੇ ਚਾਰੋਂ ਪਾਸੇ ਹਰਿਆਲੀ ਛਾ ਜਾਂਦੀ ਹੈ, ਤਿਉਹਾਰ ਵਗੈਰਾ ਵੀ ਹੁੰਦੇ। ਇਹ ਸਭ ਦੇਖ ਕੇ ਜੀਵ ਇਸਤਰੀ ਨੂੰ ਪ੍ਰਭੂ ਪਤੀ
ਤੇ ਮਿਲਣ ਦੀ ਉਸਨੂੰ ਚਾਹ ਆਉਂਦੀ ਹੈ, ਉਸਨੂੰ ਉਸਦਾ ਖੇੜਾ ਆਉਂਦਾ ਹੈ। ਅੰਤਿਨ ਰਹਿਸ ਭਇਆ ਆਪ ਗਵਾਇਆ। ਅੰਤਿਨ ਦਾ ਮਤਲਬ ਹੈ ਵੀ ਰੋਜ਼। ਤੇ ਉਸ ਜੀਵ ਇਸਤਰੀ ਨੂੰ ਜਿਸਨੇ ਆਪਣੇ ਵਿਕਾਰਾਂ ਤੇ ਮਾਇਆ ਮੋਹ ਨੂੰ ਤੋਂ ਪਰੇ ਹਟ ਗਈ ਹੈ, ਗੁਰੂ ਦੁਆਰਾ ਪ੍ਰਭੂ ਨੇ ਮਿਲਣ ਦੀ ਆਸ ਰੱਖਦੀ ਹੈ ਤੇ ਉਸਨੂੰ ਆਪਣੇ ਮਨ ਵਿੱਚ ਵਸਾਉਣਾ ਚਾਹੁੰਦੀ ਹੈ। ਮਨ ਮੋਹ ਚੁਕਾਇਆ ਜਾਂ ਤਿਸ ਭਾਇਆ, ਕਰ ਕਿਰਪਾ ਕਰ ਆਓ। ਜਦ ਪ੍ਰਭੂ ਦੀ ਬਖਸ਼ਿਸ਼ ਹੋਏਗੀ ਜਾਂ ਤਾਂ ਹੀ ਉਸਦੇ ਮਨ ਵਿੱਚ ਆ ਵਸੇਗਾ। ਇਹ ਨਹੀਂ ਹੈ ਕਿ ਉਹ ਕੋਸ਼ਿਸ਼ ਕਰਦੀ ਹੈ ਕਿ ਪ੍ਰਭੂ ਉਸਦੇ ਮਨ ਵਿੱਚ ਆ ਵਸੇ। ਮਨ ਦਾ ਕਰ ਕਿਰਪਾ ਕਰ ਆਓ, ਵੀ ਮੇਰੇ ਤੇ ਕਿਰਪਾ ਕਰੋ, ਬਖਸ਼ਿਸ਼ ਕਰੋ ਤੇ ਮੇਰੇ ਅੰਦਰ ਆਓ। ਬਹੁਤੇ ਵੇਸ ਕਰੀ ਫਿਰ ਬਾਝੋ, ਮਹਿਲੀ ਲਹਾ ਨਾ ਥਾਓ। ਪ੍ਰਭੂ ਨੂੰ ਮਿਲਣ ਵਾਸਤੇ ਇਨਸਾਨ ਕਈ ਧਰਮ ਕਾਂਡ ਕਰਦਾ ਹੈ, ਜਿਸ ਤਰ੍ਹਾਂ ਪਹਿਲੇ ਦੱਸਿਆ ਵੀ 68 ਤੀਰਥ ਇਸ਼ਨਾਨ ਲੋਕ ਕਰਨ ਜਾਂਦੇ ਸਨ ਜਾਂ ਪੂਜਦੇ ਹਨ, ਜੋ ਵੀ ਕਰਦੇ ਲੇਕਿਨ ਕਰਦੇ ਹਨ ਜਿਸ ਕਰਕੇ ਪ੍ਰਭੂ ਮਿਲ ਜਾਏ। ਬਹੁਤੇ ਵੇਸ ਕਰੇ ਬਹੁਤ ਮਹਿਲੀ ਲਗਾ ਨਾ ਪਾਏ। ਤੇ ਫਿਰ ਹਾਰ ਡੋਰ ਰਸ ਪਾਟ ਪਟੰਬਰ, ਪੀਰ ਲੋੜੀ ਸਿੰਗਾਰ। ਤੇ ਫਿਰ ਜਿਸ ਨੂੰ ਪ੍ਰਭੂ ਪਸੰਦ ਕਰ ਲੈਂਦਾ ਹੈ, ਮਤਲਬ ਜੋ ਪ੍ਰਭੂ ਦੇ ਨਾਲ ਜਿਸ ਦਾ ਮਿਲਾਪ ਹੋ ਜਾਂਦਾ ਹੈ, ਉਸਨੂੰ ਇਹ ਸਭ ਚੀਜ਼ਾਂ ਕਰਨ ਦੀ ਲੋੜ ਨਹੀਂ ਪੈਂਦੀ, ਕੋਈ ਇਸ ਦਿਖਾਵੇ ਦੀ ਕੋਈ ਲੋੜ ਨਹੀਂ ਪੈਂਦੀ ਹੈ। ਨਾਨਕ ਮੇਲ ਲਹੀ ਗੁਰ ਆਪਣੇ, ਘਰ ਵਰ ਪਾਇਆ ਨਾਲ। ਇਹ ਨਾਨਕ ਕਹਿੰਦੇ ਨੇ, ਜਿਸ ਜੀਵ ਇਸਤਰੀ ਨੇ ਪ੍ਰਭੂ ਪਤੀ ਨਾਲ ਆਪਣਾ ਸਭ ਕੁਝ ਤਿਆਗ ਕੇ ਪ੍ਰਭੂ ਪਤੀ ਨਾਲ ਮਿਲਾਪ ਹੋ ਜਾਂਦਾ ਹੈ, ਗੁਰੂ ਦੇ ਦੁਆਰਾ, ਆਪਣੇ ਗੁਰੂ ਦੇ ਦੁਆਰਾ ਉਸਨੂੰ ਪ੍ਰਭੂ ਐਕਸੈਪਟ ਕਰ ਲੈਂਦਾ ਹੈ ਜਾਂ ਪ੍ਰਭੂ ਦੇ ਅੰਦਰ ਆ ਵਸਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਹਾਂਜੀ ਪਰਮਜੀਤ ਜੀ। ਫਰਗੁਣ ਮਨ ਰਹਿਸੀ, ਪ੍ਰੇਮ ਸੁਭਾਇਆ, ਅੰਦਿਨ ਰਹਿਸ ਭਇਆ ਆਪ ਗਵਾਇਆ। ਜਿਸ ਤਰ੍ਹਾਂ ਸਾਰੇ ਜਿਸ ਤਰ੍ਹਾਂ ਸਿਆਲਾਂ ਦੇ ਮਹੀਨੇ ਖਤਮ ਹੁੰਦੇ ਆ, ਫਰਗੁਣ ਆਉਂਦਾ ਹੈ ਤੇ ਮਨ ਵਿੱਚ ਖੁਸ਼ੀ ਸ਼ੁਰੂ ਹੋ ਜਾਂਦੀ ਹੈ। ਉਸੇ ਤਰ੍ਹਾਂ ਜੇ ਵਾਹਿਗੁਰੂ ਦਾ ਪਿਆਰ ਸਾਡੇ ਮਨ ਵਿੱਚ ਆ ਵਸੇ ਤਾਂ ਸਾਡੇ ਅੰਦਰ ਵੀ ਉਹੀ ਖੁਸ਼ੀ, ਖੇੜਾ, ਆਨੰਦ ਅਸਲ ਵਿੱਚ ਪੈਦਾ ਹੋ ਜਾਂਦਾ ਹੈ। ਤੇ ਹਮੇਸ਼ਾ ਹੀ ਹਰ ਵੇਲੇ ਜੋ ਵਾਹਿਗੁਰੂ ਦਾ ਪਿਆਰ ਅੰਦਰ ਆ ਗਿਆ ਤੇ ਦਿਲ ਵਿੱਚ ਹਮੇਸ਼ਾ ਹੀ ਖੁਸ਼ੀ ਤੇ ਆਨੰਦ ਸਾਡੇ ਵੇਲੇ ਹਰ ਸਾਡੇ ਅੰਦਰ ਬਣਿਆ ਹੀ ਰਹਿ ਜਾਂਦਾ ਹੈ। ਮਨ ਮੋਹ ਚੁਕਾਇਆ ਜਾਤ ਤਿਸ ਪਾਇਆ, ਕਰ ਕਿਰਪਾ ਕਰ ਆਓ। ਜੇ ਵਾਹਿਗੁਰੂ ਦੀ ਕਿਰਪਾ ਹੋਏਗੀ, ਜਿਹਦੀ ਮਿਹਰ ਦਾ ਸਦਕਾ ਹੋਏਗਾ, ਜੇ ਵਾਹਿਗੁਰੂ ਨੂੰ ਚੰਗਾ ਲੱਗੇਗਾ ਤੇ ਇਹ ਮੇਰੇ ਮਨ ਵਿੱਚ ਜਿਹੜੇ ਇਹ ਮੋਹ ਮਾਇਆ ਜੋ ਵੀ ਅੰਦਰ ਮੇਰੇ ਵਿਕਾਰ ਹੈ ਉਹ ਦੂਰ ਹੋਣਗੇ ਤੇ ਵਾਹਿਗੁਰੂ ਮੇਰੇ ਅੰਦਰ ਆ ਕੇ ਪ੍ਰਭੂ ਪਤੀ ਮੇਰੇ ਅੰਦਰ ਆ ਕੇ ਵਸਣਗੇ। ਤੇ ਜਿਹੜੇ ਬਹੁਤੇ ਵੇਸ ਕਰੀ ਫਿਰ ਬਾਜੂ, ਜੋ ਮੈਂ ਬਹੁਤ ਹੀ ਜਿਹੜੇ ਪਾਖੰਡ ਕਰਦੀ ਹਾਂ ਜਾਂ ਕਰਮ ਕਾਂਡ ਕਰਦੀ ਹਾਂ, ਜੋ ਬਾਹਰ ਦੇ ਜੋ ਵੀ ਸਿੰਗਾਰ ਵਗੈਰਾ ਕਰਦੀ ਰਹਿੰਦੀਆਂ, ਉਹ ਮੇਰੇ ਪ੍ਰਭੂ ਪਤੀ ਨੂੰ ਨਹੀਂ ਪਾਉਂਦਾ। ਜੇ ਇਹ ਸਾਰਿਆਂ ਤੋਂ ਹਟ ਕੇ ਜੇ ਮੈਂ ਉਹਨੂੰ ਅੰਦਰ ਆਪਣੇ ਮਨ ਅੰਦਰ ਟਿਕਾਣਾ ਹੈ ਤੇ ਮੈਨੂੰ ਇਸ ਅੰਦਰੋਂ ਜਿਹੜੇ ਸ਼ਿੰਗਾਰ ਹੈ, ਅੰਦਰੋਂ ਆਪਣੇ ਵਰਚੂਸ ਲਿਆਣੇ ਪੈਣਗੇ। ਜੋ ਹਾਰ ਡੋਰ ਰਸ ਪਾਟ ਪਟੰਬਰ, ਇਹ ਸਾਰੇ ਸਭ ਕੁਝ ਛੋੜ ਕੇ ਜੋ ਵਾਹਿਗੁਰੂ ਨੂੰ, ਜੋ ਮੇਰੇ ਪ੍ਰਭੂ ਪਤੀ ਨੂੰ ਅਸਲੀ ਪਾਉਂਦਾ ਹੈ, ਉਹ ਸ਼ਿੰਗਾਰ ਮੈਨੂੰ ਕਰਨ ਪੈਣਗੇ। ਜੇ ਇਹੋ ਜਿਹੇ ਸ਼ਿੰਗਾਰ ਅਸੀਂ ਕਰਾਂਗੇ ਤਾਂ ਗੁਰੂ ਜੀ ਕਹਿੰਦੇ ਨੇ ਕਿ ਘਰ ਵਰ ਪਾਇਆ ਨਾਰੀ, ਕਿ ਮੇਰੇ ਘਰ ਵਿੱਚ ਮੇਰੇ ਅੰਦਰ ਜਿਸ ਦੀ ਥਾਂ ਹੋਣੀ ਚਾਹੀਦੀ, ਜੋ ਪ੍ਰਭੂ ਆ ਕੇ ਫਿਰ ਵਾਹਿਗੁਰੂ ਜੀ ਆ ਕੇ ਬਸ ਜਾਂਦੇ ਨੇ। ਸੋ ਆਈ ਜਸਟ ਵਾਂਟਡ ਟੂ ਸੇ ਕਿ ਕੁਝ ਡਿਸਕਸ਼ਨ ਚੱਲ ਰਿਹਾ ਸੀ ਕਿ ਅੰਦਰ ਦਾ ਸ਼ਿੰਗਾਰ, somebody said I don't know,
Under the shingar is what he's looking for. It's not like Vaheguru doesn't care ki under the shingar. And he is looking. He is I'm only pleasing to him if I am adorned with all the good virtues inside me. There. That's the only thing that will please him. That's the only thing. That's the only thing. Anji. Who else? ਹੁਣ ਸਿਆਣਿਆਂ ਦੇ ਨੰਬਰ ਆ ਗਏ ਸ਼ਾਇਦ। सारे बेवकूफ बोल चुके हैं। You said it. I didn't mean. Did I say that? Did I say that? I'm sorry if I said that. ਸਿਆਣੇ ਦੇ ਹੁਣ ਨੰਬਰ ਪਰ ਅਸੀਂ ਸਾਰੇ ਜਿਹੜੇ ਪਹਿਲੇ ਬੋਲੇ। ਨਹੀਂ, ਸਿਆਣਿਆਂ ਦਾ ਮਤਲਬ ਵੀ ਜਿਹੜੇ ਅਸੀਂ ਆਪਣੇ ਆਪ ਨੂੰ ਸਿਆਣੇ ਕਹਿੰਦੇ ਨੇ। ਨਹੀਂ, you said it. ਮੈਂ ਆਪਣੇ ਆਪ ਨੂੰ ਵਿੱਚ ਸ਼ਾਮਲ ਕੀਤਾ ਜੀ। Okay ਜੀ। No, no, I think if I think through, ਤੇ ਮੈਂ ਜਵਾਨ ਖੋਤਾ ਖਾਦੀ ਹੈ। I'm sorry. No, I didn't mean that. ਸਿਆਣੇ ਦਾ ਮਤਲਬ ਹੈ ਕਿ ਜਿਹੜੇ ਜਿਨ੍ਹਾਂ ਨੂੰ ਅਸੀਂ ਹਰ ਵਾਰੀ ਪ੍ਰੈਫਰੈਂਸ ਦਿੰਦੇ ਆ। It never happens ਕਿ ਜਿਹੜਾ ਠੀਕ ਜਿੰਨੇ ਪ੍ਰੋਗਰੈਸ ਕੀਤਾ ਹੋਇਆ। So I am just categorically speaking. ਉਹਨਾਂ ਨੇ ਹਾਂਜੀ sorry. I said I was just lightening it up. I wasn't meaning No. I know, but still, I have to explain because it gets me there, right there. कि भाई गलत नहीं हो सकता, पर ਇਹਦਾ ਮਤਲਬ ਇਹ ਜਿਹੜਾ implicative meaning ਜਿਹੜਾ ਸੀਗਾ ਉਹ ਇਹ ਹੈ ਵੀ ਕਾਫੀ ਦੇਰ ਤੋਂ ਕਈ ਲੱਗੇ ਹੋਏ ਆ, ਕਈ ਸਾਲਾਂ ਤੋਂ ਲੱਗੇ ਹੋਏ ਆ। ਹੁਣ ਸਿਰਫ 20 ਦੇ ਵਿੱਚ ਆ ਕੇ later part of 20s ਸ਼ਿਕਾਗੋ ਨੂੰ ਮੇਰੇ ਖਿਆਲ 3 ਸਾਲ ਹੋ ਗਏ ਆ as of now. 18 ਮਾਰਚ ਚ ਹੋ ਜਾਣਗੇ 18 18 So ਸ਼ਿਕਾਗੋ ਨੂੰ 3 ਸਾਲ, ਉੱਥੇ 5 ਸਾਲ। So see, we have quite covered a path. But despite our rigorous walking on that, we didn't get anywhere, barring these past few months. So ekdam sare assi shuru hoye hain. So I'm just calling a spade a spade. ਤੁਸੀਂ regimented ਹੋ ਗਏ ਬਹੁਤ ਤਾਈਓ। ਚੋਰ ਨੂੰ ਆਪਣਾ ਪਾਲਾ ਹੁੰਦਾ ਜੀ, ਕਿਉਂ ਨਾ ਕਰੇ। ਹਾਂਜੀ ਕੌਣ ਲੱਗਾ ਸੀ ਜੀ? ਹਰਕੇਵਲ ਜੀ ਕੇ ਕਾਰ ਸਿੰਘ ਜੀ? ਮਨਜੀਤ ਜੀ ਨੰਬਰ ਲਾ ਲਿਆ। ਸਿੰਘ ਜੀ ਤਾਂ ਮਤਲਬ ਫਾਈਨਲ ਵਰਡ। ਮੈਂ ਗੱਲ ਕਰਨੀ, ਮੈਂ ਸਾਰੇ ਜਣੇ ਸੰਗਦੇ ਆ, ਤੁਸੀਂ ਨਾਂ ਲਈ ਜਾਇਆ ਕਰੋ, ਨਾਲੇ ਤਾਂ ਟਾਈਮ ਸੇਵ ਹੋਈ ਜਾਂਦਾ। ਅੱਛਾ, ਜਿੱਦਾਂ ਵੀ ਤੁਹਾਡੇ ਕੰਪਿਊਟਰ ਤੇ ਸਾਰੇ ਜਣੇ ਆ ਰਹੇ ਨੇ, ਏਦਾਂ ਨਾਂ ਲਈ ਜਾਇਆ ਕਰੋ ਉਹਨਾਂ ਦੇ, ਇਹ ਸੰਗਦੇ ਬੜੇ ਨੇ। ਕਿਉਂ ਜੀ, ਸਾਰਿਆਂ ਨੂੰ ਕੋਈ ਇਤਰਾਜ਼ ਤੇ ਨਹੀਂ ਕਿ ਯੂ ਪੁੱਟ ਮੀ ਔਨ ਦਾ ਸਪਾਟ? ਟਾਈਮ ਨਾ ਖਰਾਬ ਹੋਵੇ। ਲੋ ਜੀ ਹੁਣੇ ਪੁੱਛ ਲੈਂਦੇ ਆ। ਨਹੀਂ ਕਰ ਸਕਦਾ ਉਹ ਕਹੇ ਪੈਸ ਕਰ ਦੂਗਾ। ਠੀਕ ਹੈ, that makes sense. ਡਨ ਜੀ। ਇੱਕ ਨੇ ਪ੍ਰਪੋਜ਼ ਕੀਤਾ, ਦੂਜੇ ਨੇ ਸੈਕਿੰਡ ਕੀਤਾ, ਅਸੀਂ ਤੇ ਅੱਗੇ ਹੀ ਭਾਲਦੇ ਪਏ ਹਾਂ, ਟਾਈਮ ਬਚੇ। ਮੈਂ ਪੁੱਛਦਾ ਹੀ ਰਿਹਾ ਹਾਂ ਜੀ ਐਨੀਵਨ। But sometimes don't you feel it's just repetition of the same thing, and then so all of us that's what we are trying to get at, ਕਿ ਜਿਹੜੀ ਗੱਲ ਕਹੀ ਜਾ ਚੁੱਕੀ ਹੈ ਉਹ ਤੋਂ ਜੇ ਅਲੱਗ ਗੱਲ ਨਹੀਂ ਹੈਗੀ ਤੇ ਕੋਈ ਗੱਲ। ਪਰ ਸਵਾਲ ਇਹ ਹੈ, ਜੇ ਮੇਰੀ ਹਸਤੀ ਅਲੱਗ ਹੈ, ਜੇ ਮੈਨੂੰ ਆਪਣੇ ਮਾਲਕ ਤੇ ਇੰਨਾ ਭਰੋਸਾ ਹੈ, ਇੰਨਾ ਮਾਣ ਹੈ ਕਿ ਤੂੰ ਮੈਨੂੰ ਆਪਣੇ ਉਹਦੇ ਚ ਇਮੇਜ ਵਿੱਚ ਬਣਾਇਆ, ਤੇ ਮੈਂ ਦੂਸਰਿਆਂ ਵਰਗਾ ਕਿਉਂ ਹੋਵਾਂਗਾ? ਟੈਲ ਮੀ। ਹਾਂ ਗੁਸਾਈ ਦਾ ਪਹਿਲਵਾਨੜਾ, ਹਾਂ ਗੁਰਮਿਲ ਉੱਚ ਦੁਮਾਲੜਾ ਕਦੋਂ ਹੋਵਾਂਗਾ ਤੇ ਕਿਉਂ ਨਹੀਂ ਹੋਵਾਂਗਾ? ਜੇ ਰੈਪੀਟੀਟਿਵ ਹੈ ਤੇ ਫਿਰ ਮੈਂ ਇਹ ਕਹਿ ਸਕਦਾ ਕਿ ਹਾਂਜੀ ਚਲੋ ਕੋਈ ਗੱਲ ਨਹੀਂ, ਇਹਦੇ ਚ ਇਹ ਗੱਲ ਜਿਹੜੀ ਹੈ ਉਹ ਮੇਰੇ ਥਾਟ ਦੀ ਹੈ, ਆਈ ਐਮ ਸ਼ੇਅਰਿੰਗ ਦੈਟ। ਬਾਕੀ ਕਿਹਾ ਜਾ ਚੁੱਕਾ ਤੇ ਅਸੀਂ ਪਤਾ ਕੀ ਸ਼ੁਰੂ ਕਰਦੇ ਹਾਂ, ਹਾਲੇ ਤੱਕ ਸਾਡੇ ਅੰਦਰ ਨਹੀਂ ਗਿਆ ਤੂੰ ਕੋ ਮੁੱਲਾ ਤੇ ਮੈਂ ਕਾਂ ਕਾਜ਼ੀ। ਅੰਗਰੇਜ਼ੀ ਚ ਕਹਿੰਦੇ ਯੂ ਸਕ੍ਰੈਚ ਮਾਈਨ ਐਂਡ ਆਈ ਸਕ੍ਰੈਚ। ਇੱਥੇ ਆ ਕੇ ਵੀ ਅਸੀਂ ਨਹੀਂ ਛੱਡਦੇ ਇਹ ਗੱਲ। ਇੱਕ ਉਸਤਤ ਤੇ ਇੱਕ ਨਿੰਦਾ। ਨਿੰਦਾ ਤੇ ਅਸੀਂ ਨਹੀਂ ਕਰਦੇ ਇੱਥੇ, ਉਹ ਤੇ ਸਾਡੇ ਅੰਦਰ ਹੀ ਰਹਿੰਦੀ ਹੈ।
पर उस्तत नहीं छड़ते। हाँ जी, मेरा नंबर कमलजीत सिंह जी तुसी दसो। हाँ जी, वैसे तो सारिਆਂ ने बहुत वधिया किया। व्हाट इज द नीड? क्या कि उन्होंने मेहनत की है। जे मतलब है कि मैनू मेहनत नहीं की तो मैं सड़ के बोल रहा, दैट गोज टू निंदा साइड और जेलसी साइड। So we should be careful here. ਅਸੀਂ ਇੱਥੇ ਆਪਣਾ ਆਪਾ ਘੜਨ ਆਏ ਆ, ਇੱਥੇ ਅਸੀਂ ਸਚਿਆਰ ਦੇ ਰਾਹ ਤੇ ਤੁਰਨ ਆਏ ਆ ਕਿ ਉੱਥੇ ਦੇ ਉੱਥੇ ਹੀ ਨਾਰ ਵੀ ਨਾ ਤਰੱਕੀ ਬਣਿਆ ਮੁੜ ਖੋਤੇ ਦਾ ਖੋਤਾ। ਮਾਫ ਕਰਨਾ। Isn't it? Well said ਕਾਰਜ ਸਿੰਘ ਜੀ, ਥੈਂਕ ਯੂ ਸੋ ਵੈਰੀ ਮਚ। ਤੁਸੀਂ ਮੇਰੇ ਮਨ ਦੀ ਮੁਰਾਦ, ਅੱਜ ਤੇ ਮੈਂ ਕੋਈ ਮੁਕਤੀ ਮੰਗ ਲੈਂਦਾ ਤੇ ਰੱਬ ਨੇ ਘੱਲ ਦੇਣੀ ਸੀ ਕਿਸੇ ਥਾਂ। ਮੈਂ ਕਿਹਾ ਸਾਡੇ ਵਰਗੇ ਲੋਕਾਂ ਨੂੰ ਅਪਰੀਸ਼ੀਏਟ ਕਰ ਲੈਂਦੇ ਕਿ ਸਾਨੂੰ ਅਪਰੀਸ਼ੀਏਟ ਕਰ ਲੈਂਦਿਆ ਕਰੋ, ਤੁਸੀਂ ਅਪਰੀਸ਼ੀਏਟ ਵੀ ਸਾਨੂੰ ਨਹੀਂ ਕਰਨ ਦਿੰਦੇ। ਨਹੀਂ ਐਪਰੀਸ਼ੀਏਟ ਨਹੀਂ ਕਰਨਾ, ਅਸੀਂ ਤਾਂ ਲਾਇਆ ਕਰਨੀ ਆ। ਐਵੇਂ ਹਰਕੇਵਲ ਸਿੰਘ ਨੇ ਕਾਰ ਸਿੰਘ ਨੂੰ ਚੜ੍ਹਤਾ ਆਪਣਾ ਬਾਂਸ ਤੇ। ਗਲਤੀ ਬੋਲਿਆ, ਮੈਂ ਤੁਹਾਨੂੰ ਸਮਝ ਆ ਗਈ ਨੂੰ ਕੀ ਗੱਲ ਹੋ ਰਹੀ ਹੈ, ਉਹਨਾਂ ਨੇ ਕੈਚ ਕਰ ਲਿਆ ਨਾ। ਚਲੋ ਹਰਕੇਵਲ ਜੀ। ਸਤਿਰਾਮ ਜੀ, ਵੈਸੇ ਤਾਂ ਸਾਰਾ ਕੁਝ ਕਹਿ ਹੀ ਦਿੱਤਾ ਹੈ। ਨਹੀਂ ਸੌਰੀ ਏਦਾਂ ਮੈਂ ਕਹਿਣਾ ਨਹੀਂ ਸੀਗਾ। I know it. I know it. It was intentional. No, but we needed the lighter side. Yeah. Okay. I love it. ਗੁਰੂ ਸਾਹਿਬ ਨੇ ਜਿਹੜੀਆਂ 12 ਮਹੀਨੇ ਦੀ ਵੰਡ ਦੇ ਵਿੱਚ ਇਸ ਮਹੀਨੇ ਦੇ ਵਿੱਚ ਜਿਹੜੀ ਤਬਦੀਲੀ ਬਾਹਰ ਮੁਖੀ ਦੇਖਦੇ ਆ, ਹਾਂਜੀ, ਉਹਦੇ ਮੁਤਾਬਕ ਉਹ ਅੰਦਰ ਮੁਖੀ ਲੱਗਦਾ ਵੀ ਗੁਰੂ ਸਾਹਿਬ ਗੱਲ ਕਰਦੇ ਆ। ਬਾਹਰ ਮੁਖੀ ਜਦੋਂ ਕੋਈ ਗਲਤ ਮੌਸਮ ਤੋਂ ਬਾਅਦ ਕੋਈ ਵਧੀਆ ਮੌਸਮ ਹੋਇਆ ਹੋਵੇ ਨਾ, ਲੋਕਾਂ ਦਾ ਐਟੀਟਿਊਡ ਹੀ ਡਿਫਰੈਂਟ ਹੋਇਆ ਹੁੰਦਾ, ਲੋਕਾਂ ਦਾ ਸੁਭਾਅ ਹੀ ਬਹੁਤ ਵਧੀਆ ਹੋਇਆ ਹੁੰਦਾ, ਹਰੇਕ ਹੀ ਬੰਦਾ ਬਹੁਤ ਖੁਸ਼ ਹੋਇਆ ਹੁੰਦਾ, ਹਾਂਜੀ। ਇਸ ਤਰ੍ਹਾਂ ਹੀ ਜਿਵੇਂ ਇਸ ਮਹੀਨੇ ਦੇ ਵਿੱਚ ਵੀ ਸਰਦੀ ਤੋਂ ਬਾਅਦ ਜਿਹੜਾ ਮੌਸਮ, ਜਿਹੜਾ ਕਈ ਵੀਰਾਂ ਨੇ ਦੱਸਿਆ ਹੈਗਾ, ਚੇਂਜ ਹੋਣ ਦੇ ਕਾਰਨ ਬਨਸਪਤੀ ਦੇ ਵਿੱਚ ਜਿਹੜੀ ਤਬਦੀਲੀ ਆਉਂਦੀ ਹੈ, ਲੋਕਾਂ ਦੇ ਸੁਭਾਅ ਦੇ ਵਿੱਚ ਤਬਦੀਲੀ ਹੁੰਦੀ ਹੈ, ਉਹਦੇ ਮੁਤਾਬਕ ਜਿਹੜੀ ਅੰਦਰਮੁਖੀ ਤਬਦੀਲੀ ਜਿਹੜੀ ਹੈਗੀ ਆ, ਉਹ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਹੁਣ ਇਹਦੇ 'ਚ ਕਈ ਜਿਹੜੀਆਂ ਚੀਜ਼ਾਂ ਹੈਗੀਆਂ ਕਿ ਨਾ ਵੀ ਉਹ ਮੈਂ ਫਸਟ ਪਰਸਨ ਦੇ ਵਿੱਚ ਨਹੀਂ ਕਹਿ ਸਕਦਾ, ਕਿਉਂਕਿ ਉਹ ਉਹਨਾਂ ਲੋਕਾਂ ਦੀ ਮਾਨਸਿਕਤਾ ਜਾਂ ਅਵਸਥਾ ਹੈਗੀ ਆ ਜਿਨ੍ਹਾਂ ਨੂੰ ਉਹਨਾਂ ਦੇ ਅੰਦਰ ਖੇੜਾ ਪੈਦਾ ਹੋ ਚੁੱਕਿਆ ਹੈਗਾ, ਵਿਕਾਸ ਪੈਦਾ ਹੋ ਚੁੱਕਿਆ ਹੈਗਾ, ਗੁਰੂ ਦਾ ਪ੍ਰਮਾਤਮਾ ਦਾ ਪ੍ਰੇਮ ਉਹਨਾਂ ਦੇ ਅੰਦਰ ਵਸ ਚੁੱਕਿਆ ਹੈਗਾ। ਸੋ ਮੈਨੂੰ ਇਹੀ ਕਹਿਣਾ ਪੈਣਾ ਵੀ ਜਿਨ੍ਹਾਂ ਮਨੁੱਖਾਂ ਦੇ ਅੰਦਰ ਜਾਂ ਜਿਨ੍ਹਾਂ ਜੀਵਨ ਦੇ ਅੰਦਰ ਇਸ ਮਹੀਨੇ ਇਸ ਤਰ੍ਹਾਂ ਪ੍ਰਭੂ ਦਾ ਪਰਮਾਤਮਾ ਦਾ ਉਪਦੇਸ਼ ਜਾਂ ਉਹਨਾਂ ਦੇ ਹਿਰਦੇ ਵਿੱਚ ਵਸ ਗਿਆ ਹੈਗਾ, ਪ੍ਰੇਮ ਸੁਭਾਇਆ, ਪ੍ਰੇਮ ਉਹਨਾਂ ਨੂੰ ਪਰਮਾਤਮਾ ਦਾ ਪ੍ਰੇਮ ਭਾ ਗਿਆ ਹੈਗਾ ਜਾਂ ਉਹਨਾਂ ਦੇ ਪੈਦਾ ਹੋ ਗਿਆ ਹੈ, ਤੇ ਮਨ ਰਹੱਸੀ ਉਹਨਾਂ ਦਾ ਮਨ ਜਿਹੜਾ ਹੈਗਾ ਉਹਦੇ ਵਿੱਚ ਖੁਸ਼ੀ, ਖੇੜਾ, ਵਿਕਾਸ ਪੈਦਾ ਹੋ ਗਿਆ ਹੈ। ਆਂਦਨ ਰਹੱਸ ਪਾਇਆ ਆਪ ਗਵਾਇਆ। ਆਪ ਗਵਾਇਆ ਮੀਨਸ ਆਪਣੇ ਆਪ ਦੀਆਂ ਜਿਹੜੀਆਂ ਵੀ ਤ੍ਰਿਸ਼ਨਾਵਾਂ ਨੂੰ ਇਧਰ ਖਤਮ ਕਰਕੇ ਔਰ ਕੰਟਰੋਲ ਕਰਕੇ, ਹਾਂਜੀ, ਆਪਣਾ ਆਪ ਗਵਾ ਲੈਂਦਾ ਹੈਗਾ। ਉਹਨਾਂ ਦੇ ਮਨ ਦੇ ਵਿੱਚ ਹਰ ਰੋਜ਼ ਵਿਕਾਸ, ਖੇੜਾ, ਖੁਸ਼ੀ ਪੈਦਾ ਹੋ ਜਾਂਦੀ। ਮਨ ਮੋਹ ਚੁਕਾਇਆ ਜਾਂ ਤਿਸ ਪਾਇਆ, ਕਰ ਕਿਰਪਾ ਕਰ ਆਓ। ਗੁਰੂ ਸਾਹਿਬ ਕਹਿੰਦੇ ਆ ਜਿਨ੍ਹਾਂ ਜੀਵਾਂ ਨੂੰ ਤੂੰ ਭਾ ਗਿਆ ਜਾਂ ਜਿਹੜੇ ਜੀਵ ਤੈਨੂੰ ਚੰਗੇ ਲੱਗਦੇ ਹਨ, ਤਿਸ ਪਾਇਆ, ਉਹਨਾਂ ਦੇ ਅੰਦਰੋਂ ਤ੍ਰਿਸ਼ਨਾ, ਮੋਹ ਰੂਪੀ ਤ੍ਰਿਸ਼ਨਾਵਾਂ ਖਤਮ ਜਾਂ ਜਦ ਬਾਕੀ ਦੀਆਂ ਸਾਰੀਆਂ ਤ੍ਰਿਸ਼ਨਾਵਾਂ ਮਨ ਦੇ ਵਿੱਚੋਂ ਖਤਮ ਹੋ ਜਾਂਦੀਆਂ ਹਨ। ਗੁਰੂ ਸਾਹਿਬ ਕਹਿੰਦੇ ਕਰ ਕਿਰਪਾ, ਇਹ ਪਰਮਾਤਮਾ, ਇਹ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਘਰ ਆਓ, ਮੇਰੇ ਵੀ ਤੁਸੀਂ ਹਿਰਦੇ ਘਰ ਦੇ ਵਿੱਚ ਪ੍ਰਵੇਸ਼ ਹੋ, ਮੇਰੇ ਵੀ ਹਿਰਦੇ ਘਰ ਦੇ ਵਿੱਚ ਆਓ। ਬਹੁਤੇ ਬੇਸ ਕਰੀ ਫਿਰ ਵਾਜੋ, ਮਹਿਲੀ ਲਹਾਨਾ ਥਾਓ ਫਿਰ ਵਾਜੋ। ਪਰਮਾਤਮਾ ਦੇ ਨੂੰ ਜੋ ਚੰਗਾ ਲੱਗਦਾ ਉਹ ਉਦਮ ਤੋਂ ਬਗੈਰ, ਜਿਹੜੇ ਮੈਂ ਬਾਕੀ ਦੇ ਉਦਮ ਕਰਦਾ, ਹਾਂਜੀ, ਉਹ ਤੋਂ ਬਗੈਰ ਮਹਿਲੀ ਲਹਾਨਾ ਥਾਓ। ਔਰ ਪਰਮਾਤਮਾ ਦਾ ਮਹਿਲ ਕੀ ਆ? ਹਿਰਦਾ ਘਰ। ਆਪਣਾ ਲਹਾਨਾ ਥਾਓ ਮੀਨਸ ਉਹਦੇ ਅੰਦਰ
ਸਹਿਜਤਾ ਜਾਂ ਅਡੋਲ ਅਵਸਥਾ ਮੇਰੇ ਖਿਆਲ ਨਹੀਂ ਆਉਂਦੀ। ਮਹਿਲੀ ਲਾਹਣਾ ਥਾਂ ਜਾਂ ਪਰਮਾਤਮਾ ਦਾ ਦਰ ਉਸ ਨੂੰ ਕਬੂਲ ਨਹੀਂ ਹੁੰਦਾ, ਮੀਨਸ ਆਪਣੇ ਹਿਰਦੇ ਘਰ ਦੇ ਵਿੱਚ ਸਹਿਜਤਾ ਜਾਂ ਅਡੋਲਤਾ ਉਹਨੂੰ ਪ੍ਰਾਪਤ ਨਹੀਂ ਹੁੰਦੀ। ਹਾਰ ਡੋਰ ਰਸ ਪਾਟ ਪਟੰਬਰ ਫਿਰ ਲੋੜੀ ਸ਼ਿੰਗਾਰੀ। ਫਿਰ ਲੋੜੀ ਪਰਮਾਤਮਾ ਨੂੰ, ਲੋੜੀ ਮੀਨਸ ਜਿਹੜੀ ਹੈ ਪਸੰਦ ਕਰਨ ਵਾਲਾ ਜਾਂ ਚੰਗੀ ਲੱਗਦੀ ਹੈ। ਜਿਹੜੀ ਜੀਵ ਇਸਤਰੀ ਜਾਂ ਜੀਵ ਇਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਜਿਹੜਾ ਭਾ ਜਾਂਦਾ ਹੈਗਾ, ਉਸ ਨੂੰ ਮਤਲਬ ਉਹੀ ਅਸਲ ਸ਼ਿੰਗਾਰ ਹੈ ਜਿਹੜਾ ਜਿਸ ਗੁਣਾਂ ਦੇ ਕਾਰਨ ਪਰਮਾਤਮਾ ਨੂੰ ਜੀਵ ਪਸੰਦ ਆ ਜਾਂਦਾ, ਜਾਂ ਉਹੀ ਅਸਲੀ ਉਹਨੂੰ ਜਿਹੜਾ ਸ਼ਿੰਗਾਰ ਆ ਜਾਂ ਰੇਸ਼ਮੀ ਕੱਪੜੇ ਦੀ ਜ਼ਰੂਰਤ ਨਹੀਂ ਪੈਂਦੀ, ਉਹੀ ਉਹਦੇ ਵਾਸਤੇ ਇੱਕ ਸ਼ਿੰਗਾਰ ਹੁੰਦਾ ਜਿਹੜਾ ਪਰਮਾਤਮਾ ਦੇ ਜਿਹਦੇ ਅੰਦਰ ਗੁਣ ਜਾਂ ਪਰਮਾਤਮਾ ਜਿਹਨੂੰ ਪਸੰਦ ਕਰਨ ਲੱਗ ਜਾਂਦਾ। ਨਾਨਕ ਮੇਲ ਲਈ ਗੁਰ ਆਪਣੇ ਘਰ ਵਰ ਪਾਇਆ ਨਾਰੀ। ਇਹ ਨਾਨਕ ਮੈਨੂੰ ਗੁਰੂ ਦੇ ਰਾਹੀਂ ਪਰਮਾਤਮਾ ਨੂੰ ਮੇਲ ਲਈ ਮਿਲ ਗਿਆ ਹੈ, ਘਰ ਵਾਰ ਪਾਇਆ। ਮੇਰੇ ਹਿਰਦੇ ਦੇ ਵਿੱਚ ਪਰਮਾਤਮਾ ਪ੍ਰਭੂ ਆ ਵਸਿਆ ਹੈ, ਪਰਮਾਤਮਾ ਆ ਗਿਆ। ਵਾਹਿਗੁਰੂ ਜੀ। ਹਾਂਜੀ, ਵਾਹ ਵਾਹ। ਹਾਂਜੀ, ਨੈਕਸਟ ਸਿਮਰਤ ਜੀ ਪਲੀਜ਼। ਫਲਗੁਨ ਦਾ ਮਹੀਨਾ ਜਿਹੜਾ ਹੈ ਉਹ ਸਾਰੀਆਂ ਰੁੱਤਾਂ ਦਾ ਅਖੀਰਲਾ ਮਹੀਨਾ, ਮਤਲਬ ਕਿ ਜਦੋਂ ਫਲ ਲੱਗਣੇ, ਫਲ ਗੁਣ ਜਦੋਂ ਤੋਂ ਚੇਤ ਤੋਂ ਸ਼ੁਰੂ ਹੋਇਆ ਸੀ, ਜਦੋਂ ਚੇਤ ਵਾਸ ਪਰਮਾਤਮਾ ਦਾ ਚੇਤਾ, then different stages we went through, ਤੇ ਜਿਹੜੀ ਲਾਸਟ ਸਟੇਜ ਵਿੱਚ ਅਸੀਂ ਜੇਠ ਹਾੜ ਵਿੱਚੋਂ ਲੰਘ ਕੇ ਮਾਘ ਦੇ ਜਦੋਂ ਮਹੀਨਾ, ਜਦੋਂ ਮੈਂ ਅੰਤਰ ਤੀਰਥ ਇਸ਼ਨਾਨ ਕੀਤਾ ਸੀ ਮਾਘ ਦੇ ਮਹੀਨੇ ਦੇ ਵਿੱਚ, ਅੰਤਰ ਤੀਰਥ, ਉਸ ਤੋਂ ਬਾਅਦ ਫਲ ਲੱਗਣੇ ਸੀ। ਹੁਣ ਅਸੀਂ ਫਲ ਗੁਣ, ਤੇ ਉਦੋਂ ਮੇਰੇ ਮਨ ਦੇ, ਜਦੋਂ ਮੈਂ ਉਹ ਸਾਰੇ ਕਰ ਲਏ ਤੇ ਮੇਰੇ ਮਨ ਦੇ ਵਿੱਚ ਆਨੰਦ ਪੈਦਾ ਹੋਣਾ ਸੀ, ਕਿਸ ਤਰ੍ਹਾਂ ਪਰਮਾਤਮਾ ਦੇ ਪਿਆਰ ਦੇ ਨਾਲ ਪ੍ਰੇਮ ਸੁਭਾਇਆ, ਜਦੋਂ ਮੈਨੂੰ ਉਹ ਪ੍ਰੀਤਮ ਜਿਹੜਾ ਹੈ ਜਦੋਂ ਮੈਨੂੰ ਪਿਆਰਾ ਲੱਗਣ ਲੱਗ ਗਿਆ, ਤਾਂ ਮੇਰੇ ਮਨ ਦੇ ਵਿੱਚ ਆਨੰਦ ਆ ਗਿਆ, ਕਿਉਂਕਿ ਹੁਣ ਮੈਨੂੰ ਫਲ ਦੀ ਪ੍ਰਾਪਤੀ ਦੀ ਆਸ਼ਾ ਹੈ। ਫਲ ਦੀ ਪ੍ਰਾਪਤੀ ਦਾ ਮੇਰਾ ਗੋਲ ਸੀ, ਜਦੋਂ ਮੈਂ ਸ਼ੁਰੂ ਕੀਤਾ ਸੀ ਚੇਤੇ ਤੋਂ, ਤੇ ਮੇਰਾ ਗੋਲ ਸੀ ਫਲ ਦੀ ਪ੍ਰਾਪਤੀ। ਸੋ ਉਹ ਹੋਇਆ ਉਦੋਂ ਹੀ, ਉਹ ਅਨ ਦਿਨ ਰਹੱਸ ਪਿਆ ਮੇਰੀ ਹਰ ਦਿਨ ਦੇ ਵਿੱਚ। ਮੇਰਾ ਆਨੰਦ ਮੇਰੇ ਮਨ ਦੇ ਵਿੱਚ ਹੋ ਗਿਆ ਜਦੋਂ ਮੈਂ ਆਪ ਗਵਾਇਆ, ਜਦੋਂ ਮੈਂ ਆਪੇ ਭਾਵ ਨੂੰ ਗਵਾ ਦਿੱਤਾ, ਜਦੋਂ ਮੈਂ ਆਪਣੀ ਹਉਮੈ ਨੂੰ ਵਿੱਚੋਂ ਕੱਢ ਦਿੱਤਾ, ਤੇ ਮੇਰਾ ਮਨ ਜਿਹੜਾ ਸੀ ਉਸਦੇ ਪ੍ਰੇਮ ਦੇ ਵਿੱਚ ਆਨੰਦਿਤ ਹੋ ਗਿਆ, ਤੇ ਮੇਰੇ ਜਿਹੜੇ ਮਨ ਦਾ ਮੋਹ ਚੁਕਾਇਆ ਜਾਂ ਤਿਸ ਪਾਇਆ। ਮੇਰੇ ਮਨ ਦੇ ਵਿੱਚੋਂ ਮੋਹ ਉਦੋਂ ਹੀ ਖਤਮ ਹੋਣਾ ਸੀ ਜਦੋਂ ਉਸ ਪਰਮਾਤਮਾ ਨੂੰ ਚੰਗਾ ਲੱਗਾ, ਜਦੋਂ ਉਹਨੇ ਕਿਰਪਾ ਕੀਤੀ ਤੇ ਮੇਰੇ ਮਨ ਦੇ ਵਿੱਚੋਂ ਮੋਹ ਨੂੰ ਖਤਮ ਕੀਤਾ। ਤਾਂ ਮੇਰੀ ਇਹੀ ਬੇਨਤੀ ਸੀ ਕਿ ਮੇਰਾ ਕਿਰਪਾ ਕਰਕੇ ਮੇਰੇ ਘਰ, ਮੇਰੇ ਹਿਰਦੇ ਅੰਦਰ ਹੁਣ ਤੁਸੀਂ ਆ ਜਾਓ। हे ਪ੍ਰਭੂ ਜੀ, ਤੁਸੀਂ ਮੇਰੇ ਅੰਦਰ ਆ ਜਾਓ, ਕਿਉਂਕਿ ਜਿੰਨੇ ਵੀ ਮੈਂ ਹੋਰ ਵੇਸ਼ ਕਰਾਂ, ਕਿੰਨੇ ਵੀ ਹੋਰ ਮੈਂ ਕਰਮ ਕਾਂਡ ਕਰ ਲਵਾਂ, ਉਸ ਪ੍ਰੇਮ ਤੋਂ ਬਿਨਾਂ, ਉਹਦੇ ਨਾਲ ਮੈਨੂੰ ਤੇਰੇ ਸਵਰੂਪ ਦੇ ਵਿੱਚ ਇੱਕ ਮਿਕਤਾ ਨਹੀਂ ਮਿਲਣੀ, ਉਸ ਮਹਿਲ ਦੇ ਵਿੱਚ ਇੱਕ ਮਿਕਤਾ ਨਹੀਂ ਮਿਲਣੀ, ਉਹਦੇ ਵਿੱਚ ਮੇਰੀ ਸਮਾਈ ਨਹੀਂ ਹੋ ਸਕਦੀ। ਜਿੰਨੇ ਵੀ ਮੈਂ ਹੋਰ ਬਾਹਰ ਦੇ ਕਰਮ ਕਾਂਡ ਸ਼ਿੰਗਾਰ ਜਿਹੜੇ ਨੇ ਉਹ ਮੈਂ ਅਗਰ ਕਰ ਲਵਾਂ, ਬਹੁਤੇ ਵੇਸ਼ ਕਰੀ, ਮਹਿਲ ਨਹੀਂ ਪਾਣਾ ਥਾਂ, ਉਸ ਤੇਰੇ ਮਹਿਲ ਦੇ ਵਿੱਚ, ਤੇਰੇ ਸਵਰੂਪ ਦੇ ਵਿੱਚ ਮੈਨੂੰ ਥਾਂ ਨਹੀਂ ਮਿਲ ਸਕਦੀ ਜਦ ਤੱਕ, ਜਿੰਨੇ ਮੈਂ ਹੋਰ ਮਰਜ਼ੀ ਸ਼ਿੰਗਾਰ ਕਰ ਲਵਾਂ। ਤੇ ਇੱਥੇ ਜਿਹੜਾ ਵਰਡ ਆਉਂਦਾ ਹੈ ਨਾ, ਮੈਨੂੰ ਥੋੜਾ ਜਿਹਾ ਡਿਫਰੈਂਟ ਲੱਗਦਾ ਹੈ ਕਿ ਹਾਰ ਡੋਰ ਰਸ ਪਾਟ ਪਟੰਬਰ ਫਿਰ ਲੋੜੀ ਸ਼ਿੰਗਾਰੀ।
फिर दे रारे नूं सियारीए भी फिर ने परमात्मा ने लोड़ी मीनस परमात्मा ने जदों मैनूं लभ लिया, जदों उन्हें मेरे प्रेम नूं स्वीकार कर लिया ते उन्हें जदों उन्हें लोड़ लिया ते उन्हें मैनूं शिंगार दिता। किदे नाल शिंगार दिता? जेड़े अपने प्रेम दे नाल, अमृत दे नाल, नाम दे नाल, संतोख, दया, धर्म जिन्ने भी गुण ने उन्हां दे नाल मैं ते शिंगारी जावांगी। जे मैं पिर नूं पा गई, जे पिर ने मैनूं लोड़ लिया, उन्हें अगर मैनूं चूज कर लिया तां मैं शिंगारी गई। मैं ते खाली यही करना सी भी मैं उन्हें प्रेम सभाया करना सी, प्यार करना सी। सो नानक मेल लई गुर अपना, गुरु दे द्वारा उस परमात्मा ने मैनूं अपने नाल मेल लिया, क्योंकि हुण फल लगना सी, मेरी सारी दौड़ नूं फल लगना सी। उन्हें मैनूं ते मैं अपने घर दे विच ही, अपने हिरदे विच ही परमात्मा नूं पा लिया। मैनूं बाहर कित्थे भज्जण दी लोड़ नहीं सी। मैं हुण परमात्मा नूं अपने घर दे विच ही पा लिया। वाहिगुरू जी का खालसा। वाह वाह। हाँ जी कार सिंह जी। हाँ जी, ਮੈਨੂੰ ਤੇ ਯਾਦ ਆ ਰਿਹਾ ਵੀ ਜਦੋਂ ਘੋੜੇ ਭਜਾਉਂਦੇ ਨਾ, ਘੋੜੇ ਭਜਾਉਣ ਵਾਲੇ ਤੇ ਉਹ ਸਟਾਲ 'ਚ 15-20 ਘੋੜੇ ਲਾ ਦਿੰਦੇ ਆ, ਉਹ ਇੱਕਦਮ ਛੱਡਦੇ ਨੇ, ਤੇ ਜਿਹੜਾ ਮੇਰੇ ਗੱਲ ਲੰਡਾ ਘੋੜਾ ਹੁੰਦਾ ਉਹ ਸਭ ਤੋਂ ਪਿੱਛੇ ਹੁੰਦਾ, ਤੇ ਉਹ ਢਿੱਜ ਕਰਕੇ ਮਹਾਂ ਗੇੜਾ ਪੂਰਾ ਕਰਦਾ। ਅੱਛਾ, ਹੁਣ ਇਹ ਗੱਲ ਜਿਹੜੀ ਨਾ ਫੱਗਣ ਦੀ, ਅਸਲ 'ਚ ਵਰਡ ਜਿਹੜਾ ਵਾ ਫੱਗਣ ਆ, ਤੇ ਜਿਹੜਾ ਬੇਸਿਕ ਵਰਡ ਮੇਰਾ ਸਮਝਦਾ ਵਾਂ ਵੀ ਉਹ ਫਲਗੁਣ ਆ। ਤੇ ਜਿਹੜਾ ਜਦੋਂ ਫਲਗੁਣ ਦਾ ਕੰਪਾਊਂਡ ਵਰਡ ਜਿਹੜਾ ਹੋਏਗਾ ਉਹ ਫੱਗਣ ਆ। ਫੱਗਣ ਦਾ ਮਤਲਬ ਵੀ ਫਲ ਤੇ ਗੁਣ। ਜਿਹੜਾ ਦੇਖੋ ਵੀ ਦਰਖਤ ਨੂੰ ਫੁੱਲ, ਪੱਤੇ, ਟਾਹਣੀਆਂ ਬਥੇਰਾ ਕੁਝ ਲੱਗਦਾ ਵਾ, ਪਰ ਫਲ ਜਿਹੜਾ ਨਾ ਉਹਦੀ ਸਰਮੂਰਤਾ ਵਾ, ਉਹਦੀ ਬੁਲੰਦੀ ਆ। ਇਸੇ ਤਰ੍ਹਾਂ ਜਿਹੜਾ ਇੱਥੇ ਫਲਗੁਣ ਦੀ ਗੱਲ ਆ ਰਹੀ ਆ, ਉਹ ਫਿਰ ਮਨੁੱਖ ਨੂੰ ਪ੍ਰਾਪਤ ਹੁੰਦਾ ਵਾ ਜਾਂ ਹੋਇਆ। ਤੇ ਗੁਰੂ ਸਾਹਿਬ ਕਹਿੰਦੇ ਵੀ ਜਦੋਂ ਇਹ ਚੀਜ਼ਾਂ ਤਾਂ ਪ੍ਰਾਪਤ ਹੋਣਗੀਆਂ ਜੇ ਆਪ ਗਵਾਇਆ ਹੋਇਆ ਕਰੇਗਾ। ਆਪ ਗਵਾਇਆ ਹੁੰਦਾ ਵੀ ਜਦੋਂ ਮਨੁੱਖ ਆਪਣੀ ਹਉਮੈ ਨੂੰ ਫਰੀਜ਼ ਕਰ ਲੈਂਦਾ ਵਾ, ਆਪਣੇ ਆਪ ਨੂੰ ਇਹਨਾਂ ਨਖਿੱਧ, ਕਲਸ਼ਣਾ, ਕੁਲੱਖਣਾ, ਬਲਸ਼ਣਾ, ਹਾਂਜੀ, ਕੁਚਲ, ਕਚੀਲ, ਬੰਦਾ ਆਪਣੇ ਆਪ ਨੇ ਇਹਨਾਂ ਡਾਊਨ ਕਰ ਲੈਂਦਾ ਨਾ, ਤੇ ਫਿਰ ਉਹ ਪ੍ਰਮਾਤਮਾ ਦੇ ਦਰ ਤੇ ਜਾ ਕੇ ਤੇ ਪ੍ਰਵਾਨ ਹੁੰਦਾ। ਅੱਛਾ, ਜਦੋਂ ਉਸ ਮਨੁੱਖ ਨੂੰ ਫਲ ਗੁਣ ਪ੍ਰਾਪਤ ਹੋਇਆ ਤੇ ਫਿਰ ਮਨ ਰਹੱਸੀ, ਜਿੱਦਾਂ ਕੁਝ ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ, ਨਾਉ ਸੁਣ ਮਨ ਰਹੱਸੀ ਹੈ ਤਾਂ ਪਾਈਏ ਮੋਖ ਦਵਾਰ। ਇਹ ਜਿਹੜੀ ਰਹੱਸ ਵਾਲੀ ਚੀਜ਼ ਹੈ ਨਾ, ਇਹ ਹਾਈਐਸਟ ਸਟੇਟ ਆਫ ਮਾਈਂਡ ਆ। ਤੇ ਪ੍ਰੇਮ ਸੁਭਾਇਆ, ਵੇਖੋ ਭਾਇਆ ਵਾ, ਇਹ ਵਰਬ ਦੀ ਦੂਜੀ ਫਾਰਮ ਆ। ਸਮਥਿੰਗ ਹੈਜ਼ ਬੀਨ ਅਚੀਵਡ। ਇਟਸ ਨਾਟ I will achieve, that's a different thing, but already have been achieved. ਕਹਿੰਦੇ ਮਨ ਦੇ ਵਿੱਚ ਜਿਹੜੀ ਆਤਮਿਕ ਖੁਸ਼ੀ ਆ ਉਹ ਮੈਨੂੰ ਪ੍ਰਾਪਤ ਹੋਈ, ਤੇ ਪ੍ਰੇਮ, ਲਵ, ਸੁਭਾਇਆ, some people say ਸੁਭਾਇਆ ਤੇ ਸੋ ਭਾਇਆ, ਸੋਹਣਾ ਭਾਇਆ, ਚੰਗਾ ਲੱਗਾ ਮੈਨੂੰ ਪਰਮਾਤਮਾ ਨਾਲ। ਮੇਰੀ ਯਾਰੀ ਜਿਹੜੀ ਸੀ ਨਾ ਉਹ ਮੈਨੂੰ ਬੜੀ ਸੋਹਣੀ ਲੱਗੀ। ਤੇ ਫਿਰ ਕੀ ਹੋਇਆ ਨਾਲ, ਅਨ ਦਿਨ ਰਹੱਸ ਭਇਆ, ਇਹ ਵੀ ਵਰਬ ਦੀ ਦੂਜੀ ਫਾਰਮ ਆ। ਹਾਂਜੀ, ਅਨ ਦਿਨ, ਹਰ ਰੋਜ਼ ਜਿਹੜਾ ਨਾ ਮੇਰਾ ਜਿਹੜਾ ਆਨੰਦ ਆ ਨਾ ਉਹ ਹੁਣ ਬਣਿਆ ਹੋਇਆ ਵਾ। ਤੇ ਉਹਦਾ ਕਾਰਨ ਕੀ ਸੀ? ਜਦੋਂ ਮੈਂ ਆਪਣੇ ਆਪ ਨੂੰ ਗਵਾ ਲਿਆ, ਆਪਣੀ ਹਉਮੈ ਨੂੰ ਫਰੀਜ਼ ਕਰ ਦਿੱਤਾ, ਤੇ ਫਿਰ ਮੈਨੂੰ 3-4 ਚੀਜ਼ਾਂ ਪ੍ਰਾਪਤ ਹੋਈਆਂ ਨੇ। ਇੱਕ ਤੇ ਫਲਗੁਣ, ਜਿਹੜਾ ਸਾਰਿਆਂ ਤੋਂ ਵੱਡਾ ਫਲਗੁਣ ਹੈ, ਉਹ ਪ੍ਰਾਪਤ ਹੋਇਆ। ਇੱਕ ਮੇਰੇ ਮਨ ਦੇ ਵਿੱਚ ਇਹ ਰਹੱਸ ਹੋਇਆ, ਜਿਹਨੂੰ ਗੁਰੂ ਸਾਹਿਬ ਦੇ ਮਨ ਰਹੱਸੀ, ਇੱਥੇ ਇਸਤਰੀ ਲਿੰਗ ਵਰਡ ਆ ਰਹੱਸੀ। ਤੇ ਪ੍ਰੇਮ ਸੁਭਾਇਆ, ਸੋਹਣਾ ਪ੍ਰੇਮ ਮੈਨੂੰ ਪ੍ਰਾਪਤ ਹੋਇਆ। ਤੇ ਹੁਣ ਮੈਂ ਹਰ ਰੋਜ਼ 24 ਘੰਟੇ ਗੜੋਚੀ ਰਹਿੰਦੀ ਹਾਂ ਮਾਲਕ ਦੇ ਪਿਆਰ ਵਿੱਚ, ਉਹਦੇ ਮਾਹ ਵਿੱਚ, ਉਹਦੇ ਮਿਲਾਪ ਵਿੱਚ, ਉਹਦੀ ਹਜ਼ੂਰੀ ਦੇ ਵਿੱਚ ਮੈਂ ਐ ਘੁਲੀ ਮਿਲੀ ਹੋਈ ਹਾਂ।
ਤੇ ਉਹਦਾ ਕਾਰਨ ਕੀ ਸੀ ਕਿ ਮੈਂ ਆਪਣੇ ਆਪ ਨੂੰ ਗਵਾਇਆ। ਅੱਛਾ, ਹੋਰ ਕੀ ਹੋਇਆ? ਮਨ ਮੋਹ ਚਕਾਇਆ, ਮੇਰੇ ਮਨ ਨੇ ਮੋਹ ਚਕਾਤਾ। ਜਿਹੜੇ ਮੇਰੇ ਮਨ ਵਿੱਚ ਸੰਸਾਰਿਕ ਚਾਹਤਾਂ ਸੀ, ਤ੍ਰਿਸ਼ਨਾ ਸੀ, ਆਸ਼ਾ ਅਭਿਲਾਸ਼ਾ ਸੀ ਨਾ, ਉਹ ਖਤਮ ਹੋਈਆਂ ਨੇ ਤੇ ਜਾਂ ਤਿਸ ਪਾਇਆ। ਫਿਰ ਤਾਂ ਪ੍ਰਮਾਤਮਾ ਨੂੰ ਮੈਂ ਚੰਗਾ ਲੱਗਾ, ਪਾਇਆ। ਫਿਰ ਤੇ ਵਰਡ ਦੀ ਇਹ ਫਾਰਮ ਜਿਹੜੀ ਦੂਜੀ ਫਾਰਮ ਹੈ ਵਰਬ ਦੀ, ਪਾਇਆ ਚੰਗਾ ਲੱਗਾ ਤੇ ਕਰ ਕਿਰਪਾ ਘਰ ਆਓ। ਇਹ ਸੱਚੇ ਪਾਤਸ਼ਾਹ ਕਿਰਪਾ ਕਰ, ਤੂੰ ਸਭ ਕੁਝ ਮੈਨੂੰ ਦਿੱਤਾ ਵਾ, ਹੱਸ ਵੀ ਦਿੱਤਾ ਵਾ, ਪਰ ਹੁਣ ਇੱਕ ਗੱਲ ਰਹਿੰਦੀ ਹੈ, ਤੂੰ ਮੈਨੂੰ ਆ ਕੇ ਨਾ ਮਿਲ ਇੱਕ ਰਾਂ, ਮੇਰੇ ਘਰ 'ਚ ਜ਼ਰੂਰ ਪੈਰ ਪਾ, ਮੇਰੇ ਹਿਰਦੇ ਘਰ ਵਿੱਚ ਆ ਕੇ ਤੇ ਇੱਕ ਰਾਂ ਦਸਕਤ ਦੇ। ਤੇ ਗੱਲ ਕੀ ਸੀ? ਬਹੁਤੇ ਵੇਸ ਕਰੀ ਫਿਰ ਬਾਜੋ। ਅੱਛਾ, ਹੁਣ ਜਿੰਨਾ ਚਿਰ ਪ੍ਰਮਾਤਮਾ ਨਹੀਂ ਨਾ ਪ੍ਰਾਪਤ ਹੋਇਆ ਤੇ ਮਨੁੱਖ ਦੇ ਕੀਤੇ ਹੋਏ ਸਾਰੇ ਧਾਰਮਿਕ ਕਰਮ ਜਿਹੜੇ ਨੇ ਨਾ, ਇਹ ਫਿਜ਼ੂਲ ਨੇ। ਤੇ ਕਹਿੰਦੇ ਵੀ ਜਦੋਂ ਤੂੰ ਮੈਨੂੰ ਮਿਲਿਆ ਹੀ ਨਹੀਂ, ਤੇਰੇ ਤੋਂ ਬਗੈਰ ਮੇਰੇ ਜਿੰਨੇ ਵੀ ਕੀਤੇ ਵੇਸ ਧਾਰਮਿਕ ਕਰਮ ਜਿਹੜੇ ਮੈਂ ਕਰਦਾ ਵਾਂ, ਉਹ ਵੇਸਟਫੁਲ ਚਲ ਗਏ ਨੇ ਤੇ ਮੈਲੀ ਲਹਨ ਥਾਉ। ਇਹ ਕਾਰਨ ਸੀਗਾ ਕਿ ਮੇਰੀ ਤੇਰੇ ਨਾਲ ਯਾਰੀ ਨਹੀਂ ਪਈ ਫਿਰ ਬਾਝੋਂ, ਤੇ ਮੈਨੂੰ ਤੇਰੇ ਘਰ ਥਾਂ, ਮੈਨੂੰ ਹਿਰਦੇ ਰੂਪੀ ਥਾਂ ਦੇ ਵਿੱਚ, ਮਹਿਲ ਤੇਰੇ ਮਹਿਲ ਦੇ ਵਿੱਚ ਮੈਨੂੰ ਜਗ੍ਹਾ ਨਹੀਂ ਸੀ ਮਿਲਦੀ। ਤੇ ਮਹਿਲ ਕਿੱਥੇ ਸੀ? ਮਹਿਲ ਤੇ ਮੇਰੇ ਵਿੱਚ ਸੀ, ਤੇ ਜਿੱਥੇ ਉਹਨੇ ਆ ਕੇ ਵਸਣਾ ਸੀ ਉਹ ਵੀ ਮੇਰੇ ਵਿੱਚ ਸੀ, ਤੇ ਉਹ ਕੁਝ ਵਾਪਰਿਆ ਨੀਗਾ। ਤੇ ਗੁਰੂ ਸਾਹਿਬ ਕਹਿੰਦੇ ਹਾਰ ਡੋਰ ਰਸ ਪਾਟ ਪਟੰਬਰ। ਹਾਰ ਹੁੰਦੇ ਗਹਿਣੇ ਤੇ ਡੋਰ ਹੁੰਦੀ ਡੋਰੀ, ਜਿਹੜੀ ਗਹਿਣਿਆਂ ਦੇ ਵਿੱਚ ਪਰੋਂਦੇ ਨਹੀਂ ਹੁੰਦੇ, ਰੰਗ ਬਰੰਗੇ ਜਿਹੜੇ ਧਾਗੇ ਹੁੰਦੇ ਆ, ਡੋਰੀ। ਅੱਛਾ, ਉਹ ਹਾਰ ਡੋਰ ਇਕੱਠਾ ਹੁੰਦਾ ਜਦੋਂ ਗਹਿਣਾ ਹੁੰਦਾ ਨਾ। ਪੁਰਾਣੇ ਜ਼ਮਾਨੇ 'ਚ ਪਿੰਡਾਂ 'ਚ ਵਸਦੇ ਹੁੰਦੇ ਸੀ ਤੇ ਵਿਆਹ ਸ਼ਾਦੀਆਂ ਦੇ ਲੋਕਾਂ ਨੇ ਨਾ ਗਹਿਣੇ ਪਾਉਣੇ, ਤੇ ਗਹਿਣੇ ਜਿਹਦੇ ਵਿੱਚ ਪਰੋਏ ਹੁੰਦੇ ਸੀ ਨਾ, ਉਹ ਡੋਰੀ ਬੜੀ ਸੋਹਣੀ ਹੁੰਦੀ, ਉਹਦੇ ਵਿੱਚ ਹਰੇ ਖੱਟੇ ਲਾਲ ਰੰਗ ਦੀ ਡੋਰੀ ਬਣਾਈ ਹੁੰਦੀ ਸੀ ਤੇ ਬੜੀ ਸੋਹਣੀ ਲੱਗਣੀ। ਰਸ ਪ੍ਰੋਫੈਸਰ ਸਾਹਿਬ ਨੇ ਇਹਦੇ ਸੈਂਟ ਵਗੈਰਾ ਪਰਫਿਊਮ ਕੀਤਾ ਨਾ। ਪਾਟ ਜਿਹੜਾ ਹੈਗਾ ਵਾ ਰੇਸ਼ਮ ਪਟੰਬਰ, ਉਹਦੇ ਜਿਹੜੇ ਰੋਬਸ ਨੇ ਓਕੇ, ਉਹ ਜਿਹੜੇ ਮੇਰੇ ਵਾਸਤੇ ਨੇ ਫਿਰ ਲੋੜੀ, ਜਿਸ ਤਰ੍ਹਾਂ ਭੈਣ ਜੀ ਨੇ ਕਿਹਾ ਵਾ। ਫਿਰ ਮੈਂ ਆਪਣੇ ਪ੍ਰਮਾਤਮਾ ਦੀ ਲੋੜ ਬਣੀ। ਦੇਖੋ, ਜਿੰਨਾ ਚਿਰ ਮੈਂ ਲੋੜ ਨਹੀਂ ਬਣਦੀ, ਜਿੰਨਾ ਚਿਰ ਕਿਸੇ ਚੀਜ਼ ਨੂੰ, ਕਿਸੇ ਬੰਦੇ ਦੀ ਲੋੜ ਨਾ, ਚੀਜ਼ ਦੀ ਲੋੜ ਨਾ, ਤਾਂ ਉਹਨਾਂ ਚਿਰ ਉਹਦੀ ਵੈਲਿਊ ਨਹੀਂ ਹੁੰਦੀ। ਹੁਣ ਮੈਂ ਆਪਣੇ ਪਾਤਸ਼ਾਹ ਨੂੰ ਲੋੜੀ ਤੇ ਮੈਂ ਵੈਲਿਊਬਲ ਹੋਈ। ਇਹ ਲੋੜੀ ਹੀ ਮੇਰੇ ਵਾਸਤੇ ਅਸਲ ਸ਼ਿੰਗਾਰ ਸੀ। ਹੁਣ ਮੈਂ ਸ਼ਿੰਗਾਰੀ ਗਈ, ਸੋਹਣੀ ਲੱਗੀ, ਕਿਉਂਕਿ ਮੈਂ ਆਪਣੇ ਪਾਤਸ਼ਾਹ ਨੂੰ ਲੋੜੀਂਦੀ ਹਾਂ, ਮੈਂ ਉਹਦੀ ਹੁਣ ਇਸ ਵੇਲੇ। ਇਹ ਨਹੀਂ ਕਿ ਮੇਰੀ ਕੋਈ ਵੈਲਿਊ ਨਹੀਂ ਹੈਗੀ ਤੇ ਮੈਨੂੰ ਪੁੱਛਦਾ ਨਹੀਂ, ਮੈਂ ਉਂਝ ਹੀ ਗਲੀਆਂ ਤੁਰੀ ਫਿਰਦੀ ਹਾਂ। ਆਈ ਹੈਵ ਅ ਹਸਬੈਂਡ ਨਾਓ, ਓਕੇ। ਨਾਨਕ ਮੇਲ ਲਈ ਗੁਰ ਆਪਣੇ, ਹੇ ਨਾਨਕ ਏਦਾਂ ਆਖ ਕਿ ਮੇਰੇ ਗੁਰੂ ਨੇ। ਇੱਥੇ ਗੁਰ ਦੇ ਅਰਥ ਗੁਰੂ ਨਹੀਂ ਹੋਏਗਾ, ਇੱਥੇ ਗੁਰ ਦੇ ਅਰਥ ਪਰਮਾਤਮਾ ਹੀ ਹੋਏਗਾ। ਮੇਲ ਲਈ ਗੁਰ ਆਪੇ, ਮੇਰੇ ਰੱਬ ਨੇ ਮੈਨੂੰ ਆਪ ਹੀ ਮੇਲ ਲਿਆ ਤੇ ਘਰ ਵਰ ਪਾਇਆ। ਨਾਰੀ ਮੈਂ ਆਪਣੇ ਹਿਰਦੇ ਵਿੱਚ ਆਪਣੇ ਖਸਮ ਰੂਪੀ ਵਰ ਨੂੰ, ਆਪਣੇ ਪਤੀ ਰੂਪੀ ਵਰ ਨੂੰ, ਆਪਣੇ ਹਸਬੈਂਡ ਨੂੰ ਮੈਂ ਆਪਣੇ ਹਿਰਦੇ ਰੂਪੀ ਘਰ ਵਿੱਚ ਹੀ ਮਿਲ ਲਈ। ਇੰਨੀ ਬੇਨਤੀ ਪ੍ਰਵਾਨ ਕਰਦਾ ਖਾਲਸਾ। ਹੁਣ ਮੈਨੂੰ ਯਾਦ ਐਸਾ ਕਿਸੇ ਪੈ ਗਈ ਹੈ ਮੇਰੇ ਮਨ ਤੇ, ਸਾਰਿਆਂ ਨੇ ਮੈਨੂੰ ਹੁਣ ਚੇਤਾ ਹੀ ਸਭ ਤੋਂ ਪਹਿਲੇ ਇਹ ਆਉਂਦਾ, ਸਾਰਿਆਂ ਨੇ ਬਹੁਤ ਵਧੀਆ ਕੀਤਾ ਹੈ। ਐਸੀ ਕਿਸੇ ਪੈ ਗਈ, ਕੂੜ ਸੁਣ ਕੇ ਵੀ ਬੰਦਾ ਕੂੜਾ ਹੋ ਜਾਂਦਾ, ਚੰਗਾ ਭਲਾ ਹੋਵੇ। ਹਾਂਜੀ, ਰੁੱਤੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਜਦੋਂ ਵੀ 12 ਮਾਹ ਪੜ੍ਹਦੇ ਹਾਂ ਤੇ ਉਹਦੇ ਚ ਪਾਤਸ਼ਾਹ ਕਹਿੰਦੇ ਨੇ, ਹਿਮ ਕਰ ਰੁੱਤ ਮਨ ਭਾਵਤੀ, ਮਾਘ ਫੱਗਣ ਗੁਣਵੰਤ ਜੀ। ਕਹਿੰਦੇ ਵੀ ਇਹ ਦੋਵੇਂ, ਹੁਣ ਉਸ ਸੰਤ ਦੇ ਵਿੱਚ ਦੋ ਰੁੱਤਾਂ ਦੀ ਵੀ ਗੱਲ ਕੀਤੀ ਹੈ, ਕਿਧਰੇ ਇਕੱਲੀ ਰੁੱਤ ਦੀ ਗੱਲ ਕੀਤੀ ਹੈ। ਤੇ ਸਖੀ ਸਹੇਲੀ ਗਾਓ ਮੰਗਲੋ, ਗ੍ਰਹਿ ਆਏ ਹਰ ਕੰਤ ਜੀ। ਜਿਸ ਤਰ੍ਹਾਂ ਆਪਾਂ ਸੁਣ ਚੁੱਕੇ ਹਾਂ, ਨੀਡਲੈਸ ਟੂ ਰੀਇਟਰੇਟ, ਜਦੋਂ ਮੈਂ ਸੰਗੀਤਕ ਪੱਖੋਂ ਦੇਖਦਾ ਤੇ ਬਸੰਤ ਜਿਹੜੀ ਹੈ ਨਾ, ਹੁਣ ਅਰਸਟਵਾਈਲ ਜਦੋਂ ਅਸੀਂ ਰੁੱਤਾਂ ਤੇ ਕੁਦਰਤ ਦਾ ਬੜਾ ਮੇਲ ਸੀਗਾ, ਹੁਣ ਤੇ ਸੁਮੇਲ ਨਹੀਂ ਨਾ ਹੈਗਾ, ਹੁਣ ਤੇ ਟੋਟਲੀ ਆਊਟ ਆਫ ਦੀ ਵੈਕ ਹੈਗੇ ਆ ਭਈ। ਇੱਥੇ ਤੇ ਵੈਸੇ ਹੀ
माशाअल्लाह तुहाडे बर्फ पै रही है, यू नो, ते बसंत आई खड़ोती, बसंत दा महीना। सो पर ਉਹ ਸਾਡੇ ਉੱਥੇ ਦਰਬਾਰ ਸਾਹਿਬ ਹਾਲੇ ਵੀ ਉਦਾਂ ਹੀ ਚੱਲਦਾ ਵੀ ਤਰੀਕ ਦੇ ਹਿਸਾਬ ਨਾਲ ਬਸੰਤ ਸ਼ੁਰੂ ਕਰ ਦਿੰਦੇ ਨੇ ਤੇ ਮਹੀਨੇ ਬਾਅਦ ਖਤਮ ਕਰ ਦਿੰਦੇ ਨੇ। ਬਸੰਤ ਜਿਹੜਾ ਸੀਗਾ, ਬਸੰਤ ਹੈਗਾ ਸੀ, ਮਾਂ ਬਸੰਤ ਭਲਾ ਭਵਰ ਸੁਹਾਵੜੇ, ਬਨ ਫੂਲੇ ਮੱਝ ਬਾਰ, ਮੈਂ ਫਿਰ ਘਰ ਬਾਹੁੜੇ। ਕੀ ਸੀ? ਚੇਤ ਬਸੰਤ ਭਲਾ, ਹਾਂ ਚੇਤ ਬਸੰਤ ਭਲਾ। ਬਸੰਤ ਨੂੰ ਅਸੀਂ ਜਦੋਂ ਗਾਉਂਦੇ ਸਾਂ ਤੇ ਬਸੰਤ ਦਾ ਜਿਹੜਾ ਬਸੰਤ ਦੇ ਰਾਗ ਦੇ ਵਿੱਚ ਜਿਹੜੇ ਸ਼ਬਦ ਵੀ ਹੈਗੇ ਨੇ ਉਹ ਵੀ ਸਾਰੇ ਉਹ ਨੇ ਕਿ ਅਬ ਕੱਲੂ ਆਏ ਉਰੇ, ਇੱਕ ਨਾਮ ਬੋਵੋ, ਕਿਉਂਕਿ ਬਸੰਤ ਨੂੰ ਵਾਹੀ ਕਰਦੇ ਹੈ, ਤੇ ਆਨ ਰੁੱਤ ਨਾਹੀ ਨਾਹੀ, ਮਤ ਭਰਮ ਭੂਲੋ ਭੂਲੋ, ਇਹ ਸਾਰੇ ਉਹ ਜਿਹੇ ਸਾਰੇ ਸ਼ਬਦ ਨੇ। ਜਦੋਂ ਇਹ ਮਹੀਨੇ ਦੇ ਤੌਰ ਤੇ ਦੇਖੀਏ ਤੇ ਬਸੰਤ ਦੇ ਵਿੱਚ ਖੇੜਾ ਹੈ, ਕਿਉਂਕਿ ਪਤਝੜ ਤੋਂ ਬਾਅਦ ਹੈ। So if we go hand in hand, I mean, keeping other things in view, thinking out of the box, ਸਖੀ ਸਹੇਲੀ ਗਾਓ ਮੰਗਲੋ ਗ੍ਰਹਿ ਆਏ, ਸਿਰਫ ਮੌਸਮ ਦੇ ਨਾਲ ਮੇਰੇ ਅੰਦਰ ਦੇ ਵਿੱਚ ਤਬਦੀਲੀ ਆਉਂਦੀ ਹੈ। ਜਦੋਂ ਰੇਗਿਸਤਾਨ 'ਚ ਜਾ ਰਿਹਾ ਹੋਵਾਂ, ਗਰਮੀ ਹੋਵੇ, ਤੇ ਮੇਰੇ ਅੰਦਰ ਖੇੜਾ ਕਿੱਥੋਂ ਆਏਗਾ? ਤੇ ਜੇ ਮੈਂ ਬਰਫ਼ 'ਚ ਤੁਰਦਾ ਹੋਵਾਂ ਤੇ ਮੇਰੇ ਅੰਦਰ ਨਾਮ ਦੀ ਗਰਮੀ ਕਿੱਥੋਂ ਆਏਗੀ? ਜਪ ਲਵਾਂ ਭਾਵੇਂ, ਉਹ ਠੁੱਠੁਰ ਕਰਦਾ ਹੋਵਾਂ। So it has some relevance. The outside ਜਿਹੜੀ ਮੌਸਮ ਹੈ, it does have an impact on my soul. It's easy for me to get attuned. तो ਪਾਸ਼ਾ ਕਹਿੰਦੇ ਨੇ ਵੀ ਸਖੀ ਸਹੇਲੀ ਗਾਓ ਮੰਗਲੋ, ਸਖੀ ਸਹੇਲੀ ਉਹ ਮੇਰੀਆਂ ਗਿਆਨ ਇੰਦਰੀਓ, ਤੁਸੀਂ ਚਾਅ ਚੜਾਓ, ਕਿਉਂਕਿ ਮੇਰੇ ਘਰ ਤੇ ਮਾਲਕ ਆ ਗਿਆ। ਗ੍ਰਹਿ ਲਾਲ ਆਏ ਮਨ ਤੇ ਆਏ, ਸੇਜ ਸੁੰਦਰ ਸੋਈਆ, ਵਣ ਤਿਣ ਤ੍ਰਿਭਵਨ ਭਏ ਹਰਿਆ, ਦੇਖ ਦਰਸ਼ਨ ਮੋਹੀਆ। ਸਾਰੇ ਹਰਿਆਵਲ ਹੋ ਗਈ ਹੈ ਕਿਉਂਕਿ ਦੁਬਾਰਾ ਵੈਜੀਟੇਸ਼ਨ ਸ਼ੁਰੂ ਹੋ ਗਈ। ਮਿਲੇ ਸੁਆਮੀ ਇੱਛ ਪੁੰਨੀ, ਮਨ ਜਪਿਆ ਨਿਰਮਲ ਮੰਤ ਜੀਓ, ਬਿਨਵੰਤ ਨਾਨਕ ਨਿਤ ਕਰੋ ਰਲੀਆਂ, ਹਰ ਮਿਲੇ ਸ੍ਰੀ ਧਰ ਕੰਤ ਜੀ। ਇੱਕ ਤੇ ਅਸੀਂ ਇਸ ਗੱਲ ਨੂੰ ਕੰਸੀਡਰ ਕਰਦੇ ਹਾਂ। ਦੂਜਾ, ਜਦੋਂ ਅਸੀਂ ਮਾਝ ਦੇ ਵਿੱਚ ਜਾਂਦੇ ਹਾਂ ਤੇ ਉੱਥੇ ਵੀ ਫਲਗੁਨ ਆਨੰਦ ਉਪਾਰ, ਆਨੰਦ ਇੱਥੇ ਕਹਿੰਦੇ ਨੇ ਰਹੱਸੀ, ਤੇ ਉੱਥੇ ਕਹਿੰਦੇ ਨੇ ਆਨੰਦ ਉਪਾਰ, ਉਪਰਜਿਤ ਹੋਇਆ, ਇਟ ਸਪਰਾਊਟਡ ਥਰੂ। ਐਸਾ ਇਹਦਾ ਮੈਨੂੰ ਗੁਣਾਂ ਦਾ ਇੱਕ ਠਿਕਾਣਾ ਜਿਹਾ ਲੱਭ ਗਿਆ, ਉਪਰਜਿਤ ਹੋ ਗਏ ਮੇਰੇ ਅੰਦਰ, ਵਿਨ ਗੁਣ ਕੀਤੇ ਭਗਤ ਨਾਲ, ਮੈਨੂੰ ਸਮਝ ਆ ਗਈ। ਹੁਣ ਕੀ ਇਹ ਫੱਗਣ ਦਾ ਮਹੀਨਾ ਇਹ ਉਹੀ ਹੈ ਜਿਹੜਾ ਫਰਵਰੀ ਦੇ ਵਿੱਚ ਆਉਣਾ ਆ, ਜਾਂ ਜਿਸ ਵੇਲੇ ਮੈਨੂੰ ਇਹ ਸਮਝ ਆ ਜਾਏ ਕਿ ਮੇਰੇ ਅੰਦਰ ਦਾ ਥਾਟ ਪ੍ਰੋਸੈਸ ਜਿਹੜਾ ਪਹਿਲੇ ਡਿੱਗਿਆ ਢੱਠਿਆ ਸੀ, ਡਾਊਨ ਟਰੋਡ ਸੀ, ਤੇ ਹੁਣ ਮੈਨੂੰ ਇੱਕਦਮ ਸਮਝ ਆ ਗਈ, ਆਈ ਹੈਵ ਬੀਨ ਰਿਜੂਵਨੇਟਡ ਐਜ਼ ਇਫ, ਤੇ ਕੀ ਉਹ ਮੇਰੇ ਲਈ ਫੱਗਣ ਨਹੀਂ ਹੋਏਗਾ? ਏਦਾਂ ਸੋਚਣਾ। ਤੇ ਹਰ ਸੱਜਣ ਪ੍ਰਗਟੇ ਆਏ, ਐਸਾ ਸਪਰਾਊਟ ਹੋਇਆ that I could obviate his feeling. ਪਹਿਲੇ ਮੈਂ ਫੀਲ ਕਰਦਾ ਸੀ, I could find myself in his domain. ਸੰਤ ਸਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ। ਹੁਣ ਕਿਹੜੇ ਸੰਤ ਨੇ ਇੱਥੇ? ਗੁਰਬਾਣੀ। ਤੇ ਗੁਰਬਾਣੀ ਤੋਂ ਬਾਅਦ ਉਹ ਥਾਟਸ ਜਿਨ੍ਹਾਂ ਨੇ ਗੁਰਬਾਣੀ ਨੂੰ ਨਿਬਲ ਕੀਤਾ, ਕਰ ਕਿਰਪਾ। ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾ ਹੀ ਜਾਏ। ਹੁਣ ਕਿਹੜੀ ਸੇਜ ਹੈ ਇੱਥੇ? I get solace. ਮੈਨੂੰ ਭੜਥੂ ਨਹੀਂ ਪੈਂਦਾ, ਮੈਨੂੰ ਭੜਕੀ ਨਹੀਂ ਲੱਗਦੀ, ਮੈਂ ਇੱਧਰ ਉੱਧਰ ਨਹੀਂ ਭਟਕਦਾ। ਹੁਣ ਦੁੱਖਾਂ ਨਾ ਹੀ ਜਾਏ, ਤੇ ਕਿਉਂਕਿ ਮੈਂ ਹੁਣ ਡੋਮੇਨ ਦੇ ਵਿੱਚ ਆ, ਮਾਲਕ ਦੇ ਨਾਲ ਆ, ਭਾਵੇਂ ਮੇਰੀ ਜ਼ਾਤ ਕੁੱਤੇ ਦੀ ਰਵੇ, ਪਰ ਮੇਰੀ ਰੱਸੀ ਜਿਹੜੀ ਹੈ ਉਹ ਮੇਰੇ ਮਾਲਕ ਦੇ ਕੋਲ ਹੈ। ਕਬੀਰ ਕੂਕਰ ਰਾਮ ਕੋ ਮੁਤਿਆ ਮੇਰੋ, doesn't matter, I still have connection. ਇੱਛ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ।
मैं चाहता सी ये कि मैं हुण कद मिलिया प्रतुत भगवंत, मिल सहियां मंगल गावे गीत गोविंद लाए। हर जिहा अवर ना दिसई, कोई दूजा लवे ना लाए। हलत पलत सवारे नेह चल, दिती अन जाए। संसार सागर ते रखे ਹਨ। ਕਿਹੜਾ ਸਾਗਰ ਹੈ, ਕਿਹੜਾ ਜਨਮ ਹੈ? ਮੈਨੂੰ ਜਿੱਥੇ ਮੇਰੇ ਅੰਦਰ ਡੋਬੂ ਪੈਂਦੇ ਸਨ ਕਿ ਮੈਂ ਹੁਣ ਕਿੱਦਾਂ ਕਰਾਂਗੀ, ਕਿੱਦਾਂ ਕਰਾਂਗਾ, ਮੈਨੂੰ ਇੱਕ ਤਸਕੀਨ ਮਿਲ ਗਈ। ਪਰਮੇਸ਼ਰ ਦਿੱਤਾ ਬੰਨਾ, ਮੈਨੂੰ ਬੈਂਕ ਮਿਲ ਗਿਆ। ਪੁੱਤਰ ਨਹੀਂ ਬੰਨਾ ਤੇ ਦੁੱਖ ਰੋਗ ਕਾ ਡੇਰਾ ਪੰਨਾ। ਤੇ ਹੁਣ ਅਨੰਦ ਕਰੇ ਨਰ ਨਾਰੀ, ਕਿਹੜੀਆਂ ਨਰ ਨਾਰੀਆਂ? ਮੇਰੇ ਤੇ ਗੁਆਂਢੀ ਮੇਰੇ ਤੋਂ 60 ਪਾਸੇ ਦਿੰਦੇ ਨੇ। ਕਿਹੜੀ ਨਰ ਨਾਰੀ? ਮੇਰੇ ਅੰਦਰ ਦੀ। ਜਿਵਾ ਇੱਕ ਅਨੇਕ ਗੁਣ, ਤਰੇ ਨਾਨਕ ਚਰਣੀ ਪਾਏ। ਫਲਗੁਣ ਨਿਤ ਸਲਾਹੀ ਹੈ। ਹੁਣ ਤੇ ਨਿਤ ਆ ਗਿਆ, ਸਿਰਫ ਉਸ ਮਹੀਨੇ 'ਚ ਹੀ ਨਹੀਂ, ਉਸ ਸੰਗਰਾਂਦ ਵਾਲੇ ਦਿਨ 'ਚ ਨਹੀਂ, ਜਿਸਨੂੰ ਤਿਲ ਨਾ ਤਮਾਏ। ਇਹੋ ਜਿਹੀ ਬਾਣੀ ਨੂੰ ਜਦੋਂ ਮੈਂ ਸੋਚਾਂ ਕਿ ਮੇਰੇ ਅੰਦਰ when was it last ਕਿ ਮੈਂ ਮਹਿਸੂਸ ਕੀਤਾ ਹੋਵੇ ਕਿ ਪਤਝੜ ਹੋਈ ਹੈ। ਮੀਨਸ ਸਾਰਾ ਕੁਛ ਜਿਹੜਾ ਹੈ ਉਹ ਤਹਿਸ ਨਹਿਸ। ਕਈ ਵਾਰੀ ਤੇ ਐਵਰੀ ਮੋਮੈਂਟ ਹੋ ਸਕਦਾ ਹੈ, ਕਈ ਵਾਰੀ ਲੈਪਸ ਆਫ ਟਾਈਮ ਦੇ ਵਿੱਚ ਹੋ ਸਕਦਾ ਹੈ। That's one. I have to retrospect. Then I have to retro or introspect कि when was it last that I could feel that I have been rejuvenated? और मैं फग्गण दे विच फल गुण मैं ਉਹਦੇ ਵਿੱਚ ਪ੍ਰਵੇਸ਼ ਕਰ ਰਿਹਾ। ਕਦੋਂ ਹੋਇਆ? When was it last? So I gotta think and think and think ਕਿ ਕਦੋਂ ਹੋਇਆ ਕਦੀ ਕਿ ਮੈਂ ਉਹਦੀ ਅਵੇਅਰਨੈਸ ਦੇ ਵਿੱਚੋਂ ਬਾਹਰ ਚਲਾ ਗਿਆ ਹੋਵਾਂ ਤੇ ਫਿਰ ਮੈਂ ਅਵੇਅਰਨੈਸ ਨੂੰ ਹੱਥ ਪਾ ਕੇ ਵਾਪਸ ਆ ਗਿਆ ਹੋਵਾਂ। I have to ask, keep asking. ਹੁਣ ਜਦੋਂ ਅਸੀਂ ਪੜ੍ਹਦੇ ਹਾਂ ਕਿ ਨਾਨਕ ਮੇਲ ਲਈ ਗੁਰ ਆਪਣੇ ਘਰ ਵਰ ਪਾਇਆ ਨਾਰੀ, ਘਰ ਦੇ ਵਿੱਚ ਇਹ ਮੈਨੂੰ ਸੋਚਣਾ ਪਏਗਾ। ਐਕਚੁਅਲ ਦੇ ਵਿੱਚ ਬਾਣੀ ਤੇ ਸਾਰੀ ਹੀ ਮੈਨੂੰ ਇੰਟਰੋਸਪੈਕਟਿਵ ਬਣਾਉਂਦੀ ਹੈ। ਪਰ ਠੀਕ ਹੈ, ਮੈਂ ਬਾਹਰਮੁਖੀ ਹੋ ਜਾਣਾ, ਬਟ ਆਈ ਹੈਵ ਟੂ ਅੰਡਰਸਟੈਂਡ ਇਟ ਥੋਰੋਲੀ ਕਿ ਇਹ ਮੇਰੇ ਅੰਦਰ ਕਿੱਥੋਂ ਜਾ ਰਹੀ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿਰਪਾ ਨਿਧ ਬਸੋ ਹਿਰਦੇ ਹਰ, ਨੀਤ ਕਹਿੰਦੇ ਆ, ਨੀਤ ਕਹਿੰਦੇ ਆ ਤੇ ਤਾਂ ਕਿਧਰੇ ਜਾ ਕੇ ਐਵੇਂ ਪਲ ਛਪਲ ਗੱਲ ਮਿਲਦੀ ਹੈ ਸਰ, ਬਾਕੀ ਤੇ ਐਵੇਂ ਰੜੇ 'ਚ ਹੀ ਲੰਘ ਜਾਈਦਾ। ਮੇਰੇ ਵੱਲੋਂ ਮੈਂ ਇਸ ਤਰ੍ਹਾਂ ਸੋਚਦਾ ਸੀ। ਬਾਕੀ ਅਗਲੇ ਵਾਰੀ ਅਸੀਂ ਇਹਦਾ ਕਨਕਲੂਜਨ ਹੈ ਭਈ ਦੇਖਣਾ। ਮੈਂ ਹਮੇਸ਼ਾ ਸੋਚਦਾ ਪਿਆ ਸਾਰੇ ਜਿੰਨੀ ਵੀ ਕੀਤਾ ਹੈ, ਆਪ ਜੀ ਨਾਲ ਸ਼ੇਅਰ ਵੀ ਕੀਤੇ ਹੈ ਕਿ ਕਿਸ ਤਰ੍ਹਾਂ ਅਲੱਗ ਥਾਵਾਂ ਤੇ ਸਮਾਨ ਪਿਆ ਹੋਇਆ। ਕਿਧਰੇ ਇੱਕ ਲਾਈਨ ਹੈ, ਕਿਧਰੇ ਪੂਰਾ ਥਾਟ ਹੈ, ਕਿਧਰੇ ਥਾਟ ਪ੍ਰੋਸੈਸ ਹੈ। ਪਰ ਪਾਤਸ਼ਾਹ ਨੇ ਕਿੰਨੀ ਸਹੂਲੀਅਤ ਦਿੱਤੀ ਹੈ ਮੈਨੂੰ ਕਿ ਯਾਰ ਤੂੰ ਸਚਿਆਰ ਬਣ ਜਾ, ਹੁਣ ਹੋਰ ਕੀ ਚਾਹੁੰਦੇ। ਪਰ ਅਸੀਂ ਉਹ ਨਲਾਇਕ ਬੱਚੇ ਹਾਂ ਜਿਹੜਾ ਜਦੋਂ ਤੋਂ ਵੱਡਾ ਹੋਇਆ ਪਿਓ ਨੇ ਔੜ ਤੋੜ ਕਰਕੇ ਕੁਝ ਨਾ ਕੁਝ ਧੰਦਾ ਖੋਲ ਕੇ ਦਿੱਤਾ ਹੈ ਤੇ ਅਸੀਂ ਸਾਰਾ ਝੁੱਗਾ ਚੌੜ ਕਰੀ ਆ ਰਹੇ ਹਾਂ। ਇੱਕ ਬਿਜ਼ਨਸ ਖੋਲਿਆ, ਉਹਦੇ 'ਚ ਘਾਟਾ ਕਿਉਂਕਿ ਧਿਆਨ ਹੀ ਨਹੀਂ ਦਿੰਦੇ। We are not into the business. ਤੇ ਉਹ ਜਿਹੜੀ ਅੱਜ ਗੱਲ ਪ੍ਰਤੀਤੀ ਦੀ ਆਈ ਸੀ, we lack that big time. ਕਦੋਂ ਕਰਾਂਗੇ ਅਸੀਂ? ਹੁਣ ਉਹ ਕਹਿੰਦੇ ਨੇ ਪਾਤਸ਼ਾਹ, ਅੱਜ ਵੀ ਪੜ੍ਹਿਆ ਸੀ ਕਿ ਬੇਜੋ ਬਿਨ ਪ੍ਰਤੀਤੀ ਕੂੜੀ ਕੂੜੀ। ਅੱਖੀ ਮੀਚਦੇ
ਹੁਣ ਮੈਂ ਕਹਾਂਗਾ ਕਿ ਨਹੀਂ ਮੈਨੂੰ ਪ੍ਰਤੀਤ ਤੇ ਨਹੀਂ ਹੈਗੀ, ਪਰ ਮੈਂ ਅੱਖਾਂ ਸੱਚੀ ਮੁੱਚੀ ਮੀਚੀ ਹੈ, ਇਟਸ ਨਾਟ ਪੋਸੀਬਲ। ਤੇ ਮੈਨੂੰ ਪ੍ਰਤੀਤੀ ਵੀ ਹੈਗੀ ਹੈ ਤੇ ਮੈਂ ਸੱਚੀ ਅੱਖਾਂ ਬੰਦ ਕੀਤੀਆਂ ਨੇ, ਤੇ ਫਿਰ I must be in one. I must be in the domain of oneness. But if I am not, meaning thereby what? So ਇਸ ਤਰ੍ਹਾਂ ਮੈਨੂੰ ਆਪਣੇ ਆਪ ਨਾਲ ਆਪਣੇ ਅੰਦਰ ਝਾਤ ਮਾਰਨੀ ਪਿਆ ਕਰੇਗੀ, ਬਾਰ-ਬਾਰ ਮਾਰਨੀ ਪਿਆ ਕਰੇਗੀ, ਤਾਂ ਮੈਨੂੰ ਸਮਝ ਆਏਗੀ ਕਿ ਮੇਰਾ ਥਾਟ ਤਿਲਕਿਆ ਕਿੱਥੇ ਹੈ। ਤੇ ਮੈਂ ਕੀ ਕਰਦਾ, ਮੈਂ ਤੇ ਕਹਿੰਦਾ ਬਸ ਪੜ੍ਹ ਲਿਆ ਸੀ, ਹੁਣ ਮੈਂ ਸਵੇਰੇ ਉੱਠ ਕੇ ਤੇ ਅੱਖਾਂ ਨੂਟ ਕੇ ਤੇ ਵਾਹਿਗੁਰੂ ਵਾਹਿਗੁਰੂ ਕਰ ਲੈਣਾ, ਤੇ ਬਸ ਆਪਣੀ ਗੱਲ ਬਣ ਗਈ। ਮੈਨੂੰ ਭੁੱਲ ਹੀ ਜਾਂਦਾ ਹੈ ਕਿ ਮਾਲਕ ਨੇ ਜਦੋਂ ਕਿਹਾ ਕਿ ਫਰੀਦਾ ਗਲੀਏ ਚੱਕਰ ਤੇ ਦੂਰ ਘਰ, ਮੈਂ ਵੀ ਕਦੀ ਆਪਣੀ ਗਲੀ 'ਚ ਚੱਕੜ ਦੇਖਿਆ? ਘਰ ਤੇ ਮੈਨੂੰ ਦੂਰ ਲੱਗਦਾ ਆਫ ਕੋਰਸ, ਮੈਂ ਕਹਿ ਦਿੰਦਾ ਜੀ ਖੰਨਿਓ ਤਿੱਖੀ ਵਾਲੋਂ, ਇਹਦੇ ਜੀ ਸੋਨੇ ਦਾ ਸ਼ੇਰਨੀ ਦਾ ਦੁੱਧ ਹੈ ਜੀ, ਇਹ ਤੇ ਸੋਨੇ ਦਾ ਭਾਂਡਾ ਚਾਹੀਦਾ, ਨਾ 9 ਮਣ ਤੇਲ ਹੋਵੇ ਨਾ ਰਾਧਾ ਨੱਚੇ। ਪਰ ਕਦੋਂ ਮੈਂ ਸੋਚਿਆ ਕਿ ਮੇਰੀ ਗਲੀ ਦੇ ਵਿੱਚ ਮੈਨੂੰ ਤੇਰੀ ਗਲੀ 'ਚ ਤੇ ਨਜ਼ਰ ਆਉਂਦਾ, ਤੁਹਾਡੀ ਸਾਰਿਆਂ ਦੀ ਚ ਆਫ ਕੋਰਸ, ਬੜਾ ਸਿਆਣਾ, ਪਰ ਮੈਨੂੰ ਆਪਣੀ ਗਲੀ 'ਚ ਨਜ਼ਰ ਨਹੀਂ ਆਉਂਦਾ। ਗਲੀਏ ਚਿੱਕੜ ਦੂਰ ਘਰ, ਤੇ ਜੇ ਮੈਨੂੰ ਇਹ ਦੋ ਚੀਜ਼ਾਂ ਦੀ ਸੈਗਰੀਗੇਸ਼ਨ ਆ ਜਾਏ, ਐਕਚੁਅਲ ਦੇ ਵਿੱਚ ਅਵੇਅਰਨੈਸ ਚੋਂ ਮੈਨੂੰ ਇਹਦੀ ਸਮਝ ਆ ਜਾਏ, ਐਕਚੁਅਲ ਅਵੇਅਰਨੈਸ, ਪ੍ਰਤੀਤੀ ਵਾਲੀ ਅਵੇਅਰਨੈਸ। ਹੁਣ ਸਾਨੂੰ ਅਵੇਅਰਨੈਸ ਦੇ ਵੀ ਪਾਰਟਸ ਕਰਨੇ ਪੈਣਗੇ। ਮੈਨੂੰ ਤਾਂ ਇਦਾਂ ਲੱਗਦਾ ਪਿਆ ਹੈ ਕਿ ਅੱਜ ਮੈਂ ਪਿੱਛੇ ਜੇ ਗੱਲ ਵੀ ਕੀਤੀ ਸੀ, ਪਰ ਮੇਰੇ ਦਿਮਾਗ ਚੋਂ ਵਿਸਰ ਗਿਆ, ਤੇ ਅੱਜ ਹੀ ਮੈਂ ਆਪਣਾ ਕਨਕਲੂਡ ਕੀਤਾ ਖੰਡਾਂ ਵਾਲਾ ਆਰਟੀਕਲ, ਤੇ ਮੈਨੂੰ ਲੱਗਦਾ ਕਿ ਮੈਨੂੰ ਤੇ ਫਿਰ ਦੁਬਾਰਾ ਮੈਂ ਰਿਵਾਈਜ਼ ਕਰਾਂ, ਤੇ ਮੈਂ ਤੇ ਪਾਗਲ ਹੋ ਗਿਆ ਉਹਨੂੰ ਰਿਵਾਈਜ਼ ਕਰਕੇ। ਜਦੋਂ ਮੈਂ ਰਿਵਾਈਜ਼ ਕਰਦਾ ਨਵਾਂ ਥਾਟ ਆ ਜਾਂਦਾ, ਮੈਂ ਫਿਰ ਨਵੇਂ ਸਿਰੋਂ ਉਹਨੂੰ ਲਿੰਕ ਅਪ ਕਰਨਾ ਸ਼ੁਰੂ ਕਰ ਦਿੰਦਾ। 18 ਪੇਜ ਤੋਂ ਸ਼ੁਰੂ ਕੀਤਾ, 27 ਬਣ ਗਏ ਨੇ, ਤੇ ਆ ਇੱਕ ਹੋਰ ਅੱਜ ਆ ਗਿਆ ਥਾਟ, ਹੁਣ ਪਤਾ ਨਹੀਂ ਮੈਂ ਕਰਾਂਗਾ ਕਿ ਨਹੀਂ। I should just leave it there. ਸੈਗਰੀਗੇਟ ਕਰਕੇ ਜੇ ਮੈਂ ਸੋਚਾਂ ਤਾਂ ਗਲੀਏ ਚਿੱਕੜ ਹੈ, ਦੂਰ ਘਰ ਹੈ, ਪਰ ਮੈਂ ਅਵੇਅਰਨੈਸ ਵਿੱਚੋਂ ਬੋਲਦਾ ਪਿਆ ਕਿ ਨਾਲ ਪਿਆਰੇ ਨੇ। ਜੇ ਤਿੰਨੇ ਗੱਲਾਂ ਮੈਨੂੰ ਠੀਕ ਠੀਕ ਸਮਝ ਆ ਜਾਣ ਪ੍ਰਤੀਤੀ ਵਾਲੀ ਅੱਖ ਦੇ ਨਾਲ, ਤੇ ਫਿਰ ਮੈਨੂੰ ਅਗਲੀ ਜਿਹੜੀ ਪੈਰਾਡੋਕਸੀਕਲ ਸਿਚੁਏਸ਼ਨ ਹੈ ਕਿ ਚਲਾਂ ਤਾਂ ਭਿਜੈ ਕੰਬਲੀ, ਰਹਾਂ ਤਾਂ ਟੁੱਟੈ ਨੇ, ਉਹ ਵੀ ਸਮਝ ਆ ਜਾਏਗਾ। So I gotta be very careful. I have to be all the time. I should be trying all the times to be introspective, to be an actualizer. ਤੇ ਹੱਥ ਜੋੜ ਕੇ ਮੇਰੀ ਬੇਨਤੀ ਹੈ, ਵੈਸੇ ਤੇ ਵੀਰਾਂ ਨੇ ਪ੍ਰੋਬਲਮ ਸੋਲਵ ਕਰਤੀ ਹੈ, ਕਿ when will that day ਭਈ ਮੈਂ ਪੁੱਛਾਂ ਜੀ ਹਾਂਜੀ ਕੌਣ, ਤੇ ਸਾਰੇ ਕਹਿਣ ਤੇ ਮੈਨੂੰ ਨਜ਼ਰ ਨਾ ਆਵੇ ਵੀ ਕੌਣ, ਕਿਉਂਕਿ ਮੈਂ ਤੇ ਇਸ ਟਾਈਮ ਇੱਕੋ ਬੰਦੇ ਨੂੰ ਦੇਖਦਾ, ਮੈਂ ਤੇ ਅੰਨਾ, ਕਈ ਹੱਥ ਖੜੇ ਕੀਤੇ ਬਗੈਰ ਹੀ ਮੈਨੂੰ ਮਿਸ ਕਰ ਜਾਂਦਾ। ਸੋ ਪਲੀਜ਼ ਉਸ ਪੱਖੋਂ ਅਸੀਂ ਖਿਆਲ ਕਰੀਏ that we should prepare ourselves, and ਇਹੋ ਜਿਹਾ ਪ੍ਰੈਪਰੇਸ਼ਨ ਹੋਵੇ ਕਿ ਸਾਨੂੰ ਇੱਥੇ as an facilitator I should be saying constrained to say ਕਿ ਭਾਈ ਅੱਜ ਆਪਾਂ ਬਹੁਤ ਸਾਰਿਆਂ ਦੇ ਟਾਈਮ ਬਹੁਤ ਹੋ ਗਿਆ, ਤੇ ਬਾਕੀਆਂ ਨੇ ਫਿਰ ਅਗਲੀ ਵਾਰੀ ਕੰਟੀਨਿਊ ਕਰਾਂ। Anything else before we conclude? 9 ਮਣ ਤੇਲ ਤੇ ਰਾਧਾ ਨੱਚਣ ਦੀ ਕੀ ਸਟੋਰੀ ਸੀ ਜੀ? ਉਹ ਰਾਧਾ ਨੇ, ਉਹ ਇੱਕ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਇੱਕ ਪ੍ਰੀ ਕੰਡੀਸ਼ਨ ਕਰ ਦਿੱਤੀ ਕਿ ਜੀ ਜੇ 9 ਮਣ ਤੇਲ ਹੋਵੇਗਾ ਤੇ ਰਾਧਾ ਨੱਚੇਗੀ, ਤੇ ਨਾ 9 ਮਣ ਤੇਲ ਮੁਹੱਈਆ ਹੋ ਸਕਿਆ ਤੇ ਨਾ ਰਾਧਾ ਨੱਚੇਗੀ।
ਹਾਂਜੀ नाच न जाने आंगन टेरा होएगा। चलो ਵਾਹਿਗੁਰੂ ਇੱਕ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਗੁਰਪੁਰੇ ਦਿਖਾ ਲਿਆ ਬਿਨ ਨਾਵੈ ਸਭ ਬਾਦ ਆਕਤ ਦੁਰਜਨ ਪਰਮਿਆ ਜੋ ਲੱਗੇ ਦੂਜੈ ਸਾਧ ਜਨ ਨਾਨਕ ਹਰ ਪ੍ਰਭ ਬੁਝਿਆ ਗੁਰ ਸਤਿਗੁਰ ਕੈ ਪ੍ਰਸਾਦ ਜਨ ਨਾਨਕ ਹਰ ਪ੍ਰਭ ਬੁਝਿਆ ਗੁਰ ਸਤਿਗੁਰ ਕੈ ਪ੍ਰਸਾਦ प्रसाद बेटा प्रसाद ਪ੍ਰਸਾਦ ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦਾ ਧੰਨਵਾਦ ਜੀ, ਕਿਆ ਸੁਣਿਆ ਮਾਫ, ਤੇ ਕੱਲ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।